Hello students, how are you? Welcome to all of you in our online study classes. ਬੇਟਾ ਮੈਂ ਪੰਕਜ ਗੋਇਲ। ਆਪਾਂ ਇਸ ਸਾਲ ਪੋਲੀਟੀਕਲ ਸਾਇੰਸ ਬਾਰੇ ਪੜ੍ਹਾਂਗੇ। ਇਨ ਫੈਕਟ ਵੀ ਵਿਲ ਡਿਸਕਸ ਅਬਾਊਟ ਪੋਲੀਟੀਕਲ ਸਾਇੰਸ। ਸੋ ਇੱਕ ਤਾਂ ਸਭ ਤੋਂ ਪਹਿਲਾਂ ਤੁਸੀਂ ਪੋਲੀਟੀਕਲ ਸਾਇੰਸ ਪੜ੍ਹਨ ਵੇਲੇ ਇਹ ਚੀਜ਼ ਧਿਆਨ 'ਚ ਰੱਖਣੀ ਹੈ ਵੀ ਕਿਸੇ ਚੀਜ਼ ਨੂੰ ਬਹੁਤਾ ਯਾਦ ਕਰਨ ਦੇ ਮਗਰ ਨਹੀਂ ਜਾਣਾ। ਠੀਕ ਹੈ, ਮੈਂ ਤੁਹਾਨੂੰ ਇੱਕੋ ਹੀ ਚੀਜ਼ ਕਹਿੰਦਾ ਕਿ ਆਪਾਂ ਡਿਸਕਸ਼ਨ ਮੈਥਡ ਵੀ ਵਿਲ ਅਡੋਪਟ ਡਿਸਕਸ਼ਨ ਮੈਥਡ। ਆਪਾਂ ਡਿਸਕਸ਼ਨ ਕਰਕੇ ਹੀ ਇਸ ਨੂੰ ਪੜ੍ਹਾਂਗੇ। ਦੂਸਰਾ ਹੈ, ਯਾਦ ਕਰਨ ਵਾਲੇ ਕੰਸੈਪਟ ਨਾਲੋਂ ਬੈਟਰ ਹੈ ਵੀ ਤੁਸੀਂ ਇੱਕ ਤੁਹਾਨੂੰ ਸੌਖੀ ਚੀਜ਼ ਦੱਸਦਾ, ਤੁਸੀਂ ਡੇਲੀ ਅਖਬਾਰ ਪੜ੍ਹਿਆ ਕਰੋ, ਹੈ ਨਾ। ਉਹਦੀ ਨਿਊਜ਼ ਦੇਖਿਆ ਕਰੋ, ਮੇਨ ਲਾਈਨਸ ਪੜ੍ਹਿਆ ਕਰੋ। ਫਿਰ ਕੁਝ ਜਿਹੜੀਆਂ ਤੁਹਾਨੂੰ ਨਿਊਜ਼ ਲੱਗਣ ਈਜ਼ੀ, ਇੱਕ ਤਾਂ ਲੋਕਲ ਲੈਵਲ ਅਤੇ ਇੱਕ ਫਰੰਟ ਪੇਜ ਦੀਆਂ ਜਿਹੜੀਆਂ ਨਿਊਜ਼ ਨੇ ਉਹਨਾਂ ਨੂੰ ਡਿਟੇਲ ਦੇ ਵਿੱਚ ਵੀ ਪੜ੍ਹਨ ਦੀ ਕੋਸ਼ਿਸ਼ ਕਰਿਆ ਕਰੋ। ਸੋ ਹੌਲੀ ਹੌਲੀ ਤੁਹਾਡਾ ਗ੍ਰਿਪ ਇਸ ਤਰ੍ਹਾਂ ਬਣ ਜਾਏਗਾ ਵੀ ਤੁਹਾਨੂੰ ਪੋਲੀਟੀਕਲ ਸਾਇੰਸ ਯਾਦ ਕਰਨ ਦੀ ਲੋੜ ਨਹੀਂ ਪੈਣੀ। ਤੁਹਾਡਾ ਰੂਟੀਨ ਬਣ ਜਾਏਗਾ ਵੀ ਕੀ ਕੁਛ ਹੋ ਰਿਹਾ, ਕਿਵੇਂ ਸਾਡੇ ਸਮਾਜ ਦੇ ਵਿੱਚ ਪੋਲੀਟੀਕਲ ਸਾਇੰਸ ਐਗਜ਼ਿਸਟ ਕਰਦੀ ਹੈ। ਸੋ ਆਪਾਂ ਇਸ ਕਰਕੇ ਇਸ ਨੂੰ ਇੱਕ ਡਿਸਕਸ਼ਨ ਮੈਥਡ ਦੇ ਨਾਲ, ਹੈ ਨਾ, ਇੱਕ ਆਦਾਨ ਪ੍ਰਦਾਨ ਦੇ ਮੈਥਡ ਦੇ ਨਾਲ ਪੋਲੀਟੀਕਲ ਸਾਇੰਸ ਨੂੰ ਜੇ ਆਪਾਂ ਪੜ੍ਹਨ ਦੀ ਕੋਸ਼ਿਸ਼ ਕਰਾਂਗੇ ਤਾਂ ਬਹੁਤ ਈਜ਼ੀ ਹੋਏਗਾ ਆਪਣੇ ਵਾਸਤੇ, ਮੇਰੇ ਵਾਸਤੇ ਵੀ ਅਤੇ ਤੁਹਾਡੇ ਵਾਸਤੇ। ਪੋਲੀਟੀਕਲ ਸਾਇੰਸ ਨੂੰ ਪੜ੍ਹਨਾ, ਸਮਝਣਾ ਅਤੇ ਰੋਜ਼ਾਨਾ ਦੀ ਜ਼ਿੰਦਗੀ ਦੇ ਵਿੱਚ ਲਾਗੂ ਕਰਨਾ। ਤੁਸੀਂ ਸਾਰੇ ਹੀ +1 ਕਰਕੇ ਆਏ ਹੋ। ਸੋ ਆਈ ਹੋਪ ਬੇਸਿਕਸ ਆਫ ਪੋਲੀਟੀਕਲ ਸਾਇੰਸ ਬਾਰੇ ਤੁਹਾਨੂੰ ਸਾਰਿਆਂ ਨੂੰ ਜਾਣਕਾਰੀ ਹੋਵੇਗੀ। ਕੁਝ ਚੀਜ਼ਾਂ ਹੋਣਗੀਆਂ ਜਿਹੜੀਆਂ ਆਪਾਂ ਇਹਦੇ ਵਿੱਚੋਂ ਨਾਲ ਡਿਸਕਸ ਕਰੀ ਚੱਲਾਂਗੇ। ਜਿਹੜੀ ਚੀਜ਼ ਤੁਹਾਨੂੰ ਕੋਈ ਨਹੀਂ ਸਮਝ ਆਈ ਤੁਸੀਂ ਮੈਨੂੰ ਫੋਨ ਕਰਕੇ ਵੀ ਪੁੱਛ ਸਕਦੇ ਹੋ, ਅਤੇ ਕਮੈਂਟ ਕਰਕੇ ਵੀ, ਜਾਂ ਗਰੁੱਪ ਦੇ ਵਿੱਚ ਕੋਈ ਚੀਜ਼ ਮੈਨੂੰ ਪੁੱਛ ਸਕਦੇ ਹੋ ਈਜ਼ੀਲੀ। ਸੋ ਆਪਾਂ ਪਹਿਲਾਂ ਗੱਲ ਕਰਦੇ ਹਾਂ ਸਿੰਪਲ ਟੌਪਿਕ ਤੋਂ। ਆਪਾਂ ਇੱਕ ਸ਼ੁਰੂ ਕਰਨ ਲੱਗੇ ਹਾਂ, ਸੰਸਦੀ ਸ਼ਾਸਨ ਪ੍ਰਣਾਲੀ ਜਾਂ ਭਾਰਤੀ ਲੋਕਤੰਤਰ ਦੇ ਵਿੱਚ ਕਿਸ ਤਰ੍ਹਾਂ ਦਾ ਸ਼ਾਸਨ ਚੱਲਦਾ ਹੈ। ਇਹ ਸ਼ੁਰੂ ਕਰਨ ਤੋਂ ਪਹਿਲਾਂ ਆਪਾਂ ਬੇਟਾ ਥੋੜ੍ਹਾ ਜਿਹਾ ਬੈਕਗਰਾਊਂਡ 'ਚ ਜਾਈਏ। 1947 ਤੋਂ ਪਿੱਛੇ ਚੱਲੀਏ, ਆਜ਼ਾਦੀ ਤੋਂ ਪਿੱਛੇ ਤਾਂ ਸਾਡੇ 'ਤੇ ਅੰਗਰੇਜ਼ਾਂ ਨੇ ਲਗਭਗ 400 ਸਾਲ ਰਾਜ ਕੀਤਾ। 31 ਦਸੰਬਰ 1600 ਨੂੰ ਆਪਾਂ ਜਾਂਦੇ ਹਾਂ ਈਸਟ ਇੰਡੀਆ ਕੰਪਨੀ ਆ ਗਈ। ਹੌਲੀ ਹੌਲੀ ਵਪਾਰ ਕਰਨ ਤੋਂ ਮਗਰੋਂ ਪ੍ਰਸ਼ਾਸਨ ਦੇ ਵਿੱਚ ਵੀ ਉਹਨੇ ਆਪਣਾ ਰੋਲ ਅਦਾ ਕਰਨਾ ਸ਼ੁਰੂ ਕਰ ਦਿੱਤਾ। ਫਿਰ ਉਹਨੇ ਸਾਰੇ ਭਾਰਤ ਉੱਤੇ ਕਬਜ਼ਾ ਕਰ ਲਿਆ, ਪ੍ਰਿੰਸਲੀ ਸਟੇਟਸ ਰਹੀਆਂ। ਸੋ ਸਾਡੇ 'ਤੇ ਇੱਕ ਬੜਾ ਲੰਬਾ ਦੌਰ ਸੀ ਜਦੋਂ ਅੰਗਰੇਜ਼ਾਂ ਨੇ ਸਾਡੇ 'ਤੇ ਰਾਜ ਕੀਤਾ। ਜਦੋਂ 1947 ਦੇ ਵਿੱਚ ਅਸੀਂ ਆਜ਼ਾਦ ਹੋ ਰਹੇ ਸੀ, ਅਸੀਂ ਆਜ਼ਾਦ ਹੋਣ ਵਾਲੇ ਸੀ, ਤਾਂ ਸਾਡੇ ਸਾਹਮਣੇ ਇੱਕ ਵੱਡੀ ਇੱਕ ਪ੍ਰੋਬਲਮ ਸੀ ਵੀ ਅਸੀਂ ਆਪਣੇ ਮੁਲਕ ਨੂੰ, ਇਸ ਦੇਸ਼ ਨੂੰ ਅੱਗੇ ਚਲਾਵਾਂਗੇ ਕਿਵੇਂ। ਹਾਊ ਵੀ ਵਿਲ ਰਨ ਆਵਰ ਕੰਟਰੀ। ਅਸੀਂ ਆਪਣੇ ਦੇਸ਼ ਨੂੰ ਕਿਵੇਂ ਚਲਾਵਾਂਗੇ, ਕਿਸ ਤਰ੍ਹਾਂ ਦੀ ਸਰਕਾਰ ਬਣਾਵਾਂਗੇ, ਕਿਸ ਤਰ੍ਹਾਂ ਦਾ ਮਾਹੌਲ ਬਣਾਵਾਂਗੇ, ਹੈ ਨਾ, ਕਿਵੇਂ ਰੂਲਸ ਐਂਡ ਰੈਗੂਲੇਸ਼ਨਸ ਹੋਣਗੇ। ਸੋ ਸਾਡੇ ਕੋਲ ਆਪਸ਼ਨ ਸੀਗੀਆਂ ਵੀ ਸਰਕਾਰ ਦਾ ਸਰੂਪ ਕਿਸ ਤਰ੍ਹਾਂ ਦਾ ਹੋਊਗਾ। ਤਾਂ ਅਸੀਂ ਉੱਥੇ ਕਿਉਂਕਿ ਅਸੀਂ ਸੰਸਦੀ ਸ਼ਾਸਨ ਪ੍ਰਣਾਲੀ, ਅੰਗਰੇਜ਼ਾਂ ਦੇ ਅਧੀਨ ਸਾਨੂੰ ਅੰਗਰੇਜ਼ਾਂ ਨੇ ਜੋ ਪ੍ਰਣਾਲੀ ਦਿੱਤੀ ਸੀ, ਅਸੀਂ ਉਸ ਨੂੰ ਹੀ ਅਡੋਪਟ ਕਰਨ ਦਾ, ਕਿਉਂਕਿ ਪੁਰਾਣਾ ਜਿਸ ਬਾਰੇ ਸਾਨੂੰ ਕੁਝ ਜਾਣਕਾਰੀ ਸੀ, ਅਸੀਂ ਉਸ ਨੂੰ ਹੀ ਅਡੋਪਟ ਕਰਨ ਦੀ ਕੋਸ਼ਿਸ਼ ਕੀਤੀ ਅਤੇ ਅਸੀਂ ਸੰਸਦੀ ਸ਼ਾਸਨ ਪ੍ਰਣਾਲੀ ਨੂੰ ਅਡੋਪਟ ਕੀਤਾ। ਸੋ ਭਾਰਤ ਵਿੱਚ ਬੇਟਾ ਸੰਸਦੀ ਸ਼ਾਸਨ ਪ੍ਰਣਾਲੀ ਲਾਗੂ ਕੀਤੀ ਗਈ। ਹੁਣ ਸੰਸਦੀ ਸ਼ਾਸਨ ਪ੍ਰਣਾਲੀ ਹੁੰਦੀ ਕੀ ਹੈ? ਦਿਸ ਚੈਪਟਰ ਬਿਲੋਂਗਸ ਟੂ ਦੈਟ ਇੰਡੀਅਨ ਡੈਮੋਕ੍ਰੇਸੀ, ਪਾਰਲੀਮੈਂਟਰੀ ਫਾਰਮ ਔਰ ਮਾਡਲ। ਵੀ ਪਾਰਲੀਮੈਂਟਰੀ ਫਾਰਮ ਕੀ ਹੈ? ਪਹਿਲਾਂ ਤਾਂ ਆਪਾਂ ਕੰਸੈਪਟ ਕਰੀਏ ਸਰਕਾਰ। ਆਲ ਆਫ ਯੂ ਆਰ ਪੋਲੀਟੀਕਲ ਸਾਇੰਸ ਸਟੂਡੈਂਟਸ। ਸੋ ਤੁਹਾਨੂੰ ਪਤਾ ਹੈ ਵੀ ਇਹ ਸਰਕਾਰ ਤਾਂ ਇਟਸ ਐਨ ਐਗਰੀਮੈਂਟ। ਇਹ ਇੱਕ ਐਗਰੀਮੈਂਟ ਹੀ ਹੈ। ਪੁਰਾਤਨ ਸਮੇਂ ਦੇ ਵਿੱਚ ਅਸੀਂ ਦੇਖਿਆ ਸੀ ਵੀ ਸਰਕਾਰ ਦੀ ਥਾਂ 'ਤੇ ਅਸੀਂ ਇੱਕ ਬੰਦੇ ਨੂੰ ਨੁਮਾਇੰਦਾ, ਇੱਕ ਬੰਦੇ ਨੂੰ ਆਪਣੀਆਂ ਸਾਰੀਆਂ ਪਾਵਰਸ ਦੇ ਦਿੰਦੇ ਸੀ ਵੀ ਉਹ ਫਿਰ ਸਾਰੇ ਕੰਮ ਕਾਰ ਉਹ ਕਰਦਾ ਸੀ, ਸੁਰੱਖਿਆ ਦਾ ਕੰਮ ਉਹ ਕਰਦਾ ਸੀ, ਬਾਹਰੀ ਰਕਸ਼ਾ, ਅਟੈਕ ਵਗੈਰਾ ਤੋਂ ਸਾਨੂੰ ਸਰੈਂਡਰ ਕਰਾਉਂਦਾ, ਜਿਹਨੂੰ ਅਸੀਂ ਰਾਜੇ ਦਾ ਰੂਪ ਦਿੱਤਾ ਬਾਅਦ ਦੇ ਵਿੱਚ, ਹੈ ਨਾ। ਇਸ ਤਰ੍ਹਾਂ ਹੌਲੀ ਡੈਮੋਕ੍ਰੇਸੀ, ਹੈ ਨਾ, ਆਟੋਕ੍ਰੇਸੀ, ਹੈ ਨਾ, ਬਿਊਰੋਕ੍ਰੇਸੀ, ਇਹ ਚੀਜ਼ਾਂ ਆਉਂਦੀਆਂ ਗਈਆਂ। ਲੋਕਤੰਤਰ, ਰਾਜਤੰਤਰ, ਇਹ ਸਾਰਾ ਕੁਝ ਚੱਲਦਾ ਰਿਹਾ। ਤਾਂ ਇਹ ਸਰਕਾਰ ਦੇ ਇੱਕ ਸੀਗੇ ਵੀ ਹਾਊ ਟੂ, ਪ੍ਰਸ਼ਾਸਨ ਕਿਵੇਂ ਚੱਲਦਾ ਹੈ। ਤਾਂ ਜਿਹੜਾ ਪ੍ਰੈਜ਼ੈਂਟ ਜਿਹੜਾ ਸਥਿਤੀ ਹੈ ਉਹਦੇ ਵਿੱਚ ਸਾਡੇ ਕੋਲ ਲੋਕਤੰਤਰ ਹੈ, ਡੈਮੋਕ੍ਰੇਸੀ ਜਿਹਨੂੰ ਅਸੀਂ ਬੋਲਦੇ ਹਾਂ, ਸਰਕਾਰ ਦਾ ਰੂਪ। ਸਰਕਾਰ ਇੱਕ ਅਜਿਹੀ ਸੰਸਥਾ, ਇੱਕ ਅਜਿਹਾ ਗਰੁੱਪ ਆਫ ਪੀਪਲਸ ਨੇ ਜਿਹੜੇ ਸਾਡੇ ਵਾਸਤੇ ਕਾਨੂੰਨ ਬਣਾਉਂਦੇ ਨੇ, ਉਹਨਾਂ ਨੂੰ ਲਾਗੂ ਕਰਦੇ ਨੇ, ਹੈ ਨਾ, ਇੰਪਲੀਮੈਂਟ ਕਰਦੇ ਨੇ, ਸਾਨੂੰ ਸਹੂਲਤਾਂ ਦਿੰਦੇ ਨੇ, ਸਾਡੇ ਫੰਡਾਮੈਂਟਲਸ ਰਾਈਟ ਸਾਨੂੰ ਪ੍ਰੋਵਾਈਡ ਕਰਦੇ ਨੇ। ਭਾਵ ਸਾਨੂੰ ਜਿਉਣ ਵਾਸਤੇ ਮੁੱਢਲੀਆਂ ਸਾਰੀਆਂ ਚੀਜ਼ਾਂ ਇੱਕ ਸੰਸਥਾ ਦੁਆਰਾ ਪ੍ਰੋਵਾਈਡ ਕੀਤੀਆਂ ਜਾਂਦੀਆਂ ਨੇ। ਅਸੀਂ ਸਰਕਾਰ ਦਾ ਰੂਪ ਦਿੰਦੇ ਹਾਂ, ਸਰਕਾਰ ਦਾ ਨਾਮ ਦਿੰਦੇ ਹਾਂ। ਤਾਂ ਫਰੋਮ ਦਾ ਵੈਰੀ ਬੇਸਿਕ, ਅਸੀਂ ਛੋਟੀਆਂ ਕਲਾਸਾਂ ਤੋਂ ਵੀ ਤੁਸੀਂ ਪੜ੍ਹਦੇ ਆਏ ਹੋ, ਸਰਕਾਰ ਦੇ ਮੁੱਖ ਰੂਪ ਵਿੱਚ 3 ਅੰਗ ਹੁੰਦੇ ਹਨ, ਹੈ ਨਾ। ਵਿਧਾਨ ਪਾਲਿਕਾ, ਕਾਰਜਪਾਲਿਕਾ ਅਤੇ ਨਿਆਂਪਾਲਿਕਾ, 3 ਮੁੱਖ ਅੰਗ ਹੁੰਦੇ ਨੇ ਸਰਕਾਰ ਦੇ। ਹੁਣ
ਤੁਸੀਂ ਸੁਣਿਆ ਵਿਧਾਨ ਪਾਲਿਕਾ, ਤੁਹਾਨੂੰ ਪਤਾ ਹੈ ਵਿਧਾਨ ਪਾਲਿਕਾ ਇੱਕ ਅਜਿਹਾ ਅੰਗ ਹੈ ਜੋ ਰੂਲਸ, ਰੈਗੂਲੇਸ਼ਨ, ਕਾਨੂੰਨ ਇਹ ਸਾਰੇ ਬਣਾਉਂਦਾ ਹੈ। ਉਹ ਕੌਣ ਬਣਾਉਂਦਾ? ਸਰਕਾਰ ਦਾ ਅੰਗ ਵਿਧਾਨ ਪਾਲਿਕਾ। ਜਿਹੜੇ ਰੂਲਸ ਐਂਡ ਰੈਗੂਲੇਸ਼ਨ ਵਿਧਾਨ ਪਾਲਿਕਾ ਨੇ ਬਣਾਤੇ, ਉਹਨਾਂ ਨੂੰ ਕਾਰਜ ਵਿੱਚ ਕੰਮ ਕਰਨਾ, ਲਾਗੂ ਕਰਨਾ, ਅਮਲ ਵਿੱਚ ਲਿਆਉਣਾ, ਉਹਦਾ ਕਾਰਜ ਕੌਣ ਕਰਦਾ ਹੈ? ਕਾਰਜਪਾਲਿਕਾ ਦੂਸਰਾ ਅੰਗ ਹੋ ਗਿਆ ਸਰਕਾਰ ਦਾ। ਹੁਣ ਇਹਨੇ ਕਾਨੂੰਨ ਬਣਾਤੇ ਵਿਧਾਨ ਪਾਲਿਕਾ ਨੇ, ਕਾਰਜਪਾਲਿਕਾ ਨੇ ਲਾਗੂ ਕਰਤੇ। ਕੁਝ ਤੁਹਾਡੇ ਮੇਰੇ ਵਰਗੇ ਵੀ ਹੁੰਦੇ ਨੇ ਜਿਹੜੇ ਕਹਿੰਦੇ ਨੇ ਵੀ ਲੈ ਇਹ ਰੂਲ ਐਂ ਥੋੜ੍ਹੀ ਹੁੰਦਾ, ਜਾਂ ਇਹ ਰੂਲ ਦਾ ਮਤਲਬ ਤਾਂ ਆਹ ਨਿਕਲਦਾ। ਹਰ ਇੱਕ ਬੰਦਾ ਆਪਦੇ ਮਤਲਬ ਦੇ ਅਕੋਰਡਿੰਗਲੀ, ਆਪਦੇ ਬੈਨੀਫਿਟ ਦੇ ਅਕੋਰਡਿੰਗਲੀ ਅਸੀਂ ਉਹਨਾਂ ਰੂਲਸ ਨੂੰ ਇੰਟਰਪ੍ਰੇਟ ਕਰਨ ਲੱਗ ਜਾਂਦੇ ਹਾਂ, ਜਾਂ ਉਹਨਾਂ ਰੂਲਸ ਦੀ ਉਲੰਘਣਾ ਕਰਨ ਲੱਗ ਜਾਂਦੇ ਹਾਂ। ਭਾਵ ਆਪਦੇ ਮਤਲਬ ਲਈ ਕਾਨੂੰਨ ਨੂੰ ਇੰਟਰਪ੍ਰੇਟ ਕਰ ਲਿਆ ਜਾਂ ਕਾਨੂੰਨ ਤੋੜਤਾ। ਸੋ ਅਜਿਹੇ ਕੇਸਾਂ ਦੇ ਵਿੱਚ ਇੱਕ ਸੰਸਥਾ ਬਣਾਈ ਨਿਆਂਪਾਲਿਕਾ, ਜਿਹਨੂੰ ਅਸੀਂ ਬੋਲਦੇ ਹਾਂ ਕੋਰਟ। ਸੋ ਇਹਦਾ ਕੰਮ ਕੀ ਹੈ? ਇੱਕ ਤਾਂ ਸਾਡੇ ਕਾਨੂੰਨਾਂ ਦੀ ਰੱਖਿਆ ਕਰਨਾ, ਇੱਕ ਜੇ ਕਿਤੇ ਵੀ ਕੋਈ ਪ੍ਰੋਬਲਮ ਆ ਜੇ, ਕਿਤੇ ਵੀ ਕੋਈ ਕਾਨੂੰਨ ਦੇ ਬਾਰੇ ਕੋਈ ਡਿਸਕਸ਼ਨ ਕਰਨੀ ਪੈ ਜੇ, ਤਾਂ ਉਹਦੀ ਸਹੀ ਵਿਆਖਿਆ ਕਰਦੀ ਹੈ ਨਿਆਂਪਾਲਿਕਾ। ਸੋ ਸਾਡੇ ਕੋਲੇ ਸਰਕਾਰ ਦੇ 3 ਅੰਗ ਹੁੰਦੇ ਹਨ: ਵਿਧਾਨ ਪਾਲਿਕਾ, ਕਾਰਜਪਾਲਿਕਾ ਅਤੇ ਨਿਆਂਪਾਲਿਕਾ। ਇਹ ਅੰਗ ਨੇ ਜਿਨ੍ਹਾਂ ਦੇ ਉੱਤੇ ਸਰਕਾਰ ਆਪਣਾ ਪ੍ਰਸ਼ਾਸਨ ਚਲਾਉਂਦੀ ਹੈ, ਆਪਣਾ ਕੰਮ ਚਲਾਉਂਦੀ ਹੈ। ਸੋ ਬੇਟਾ ਤੁਸੀਂ ਆਪਣੇ ਕੋਲੇ ਕੁਝ ਪੈਨਸਿਲ, ਪੈਨ ਆਪਣੇ ਕੋਲੇ ਨਾਲ ਰੱਖੋ। ਸੋ ਇੰਪੋਰਟੈਂਟ ਪੁਆਇੰਟਸ ਤੁਸੀਂ ਨਾਲ ਨੋਟ ਕਰੀ ਚੱਲਿਓ, ਯਾਦ ਨਹੀਂ ਕਰਨੇ, ਜਦ ਨੋਟ ਕਰਨੇ ਨੇ ਅਤੇ ਉਹਨਾਂ ਨੂੰ ਹਲਕਾ ਰਿਵਾਈਜ਼ ਕਰਨਾ ਹੈ, ਆਪਣੇ ਨਾਲ ਦੇਖਣਾ ਵੀ ਰੋਜ਼ਾਨਾ ਦੀ ਜ਼ਿੰਦਗੀ ਦੇ ਵਿੱਚ ਉਹ ਕਿੱਥੇ ਕਿੱਥੇ ਇੰਪਲੀਮੈਂਟ ਹੁੰਦੇ ਨੇ। ਕਾਰਜਪਾਲਿਕਾ ਅਤੇ ਵਿਧਾਨ ਪਾਲਿਕਾ ਦੇ ਆਪਸੀ ਸੰਬੰਧਾਂ ਦੇ ਆਧਾਰ 'ਤੇ ਸਰਕਾਰ ਨੂੰ 2 ਰੂਪਾਂ ਵਿੱਚ ਵੰਡਿਆ ਜਾਂਦਾ ਹੈ: ਸੰਸਦੀ ਸਰਕਾਰ ਅਤੇ ਪ੍ਰਧਾਨਾਤਮਕ ਸਰਕਾਰ। ਹੁਣ ਦੇਖੋ, ਕਾਰਜਪਾਲਿਕਾ ਕੌਣ ਸੀ? ਕੰਮ ਕਰਨ ਵਾਲੇ। ਵਿਧਾਨ ਪਾਲਿਕਾ ਕੌਣ ਸੀ? ਜਿਹਨੇ ਕਾਨੂੰਨ ਬਣਾਏ ਨੇ, ਰੂਲਸ ਐਂਡ ਰੈਗੂਲੇਸ਼ਨ ਬਣਾਏ ਨੇ ਵੀ ਇਹ ਸਰਕਾਰ, ਇਹ ਦੇਸ਼, ਇਹ ਲੋਕਾਂ ਵਾਸਤੇ ਅਸੀਂ ਆਹ ਕਰਾਂਗੇ। ਕਾਰਜਪਾਲਿਕਾ ਨੂੰ ਲਾਗੂ ਕੀਤਾ। ਜਿੱਥੇ ਕਹਿੰਦਾ ਇਹਨਾਂ ਵਿੱਚ ਆਪਸੀ ਸੰਬੰਧ ਹੁੰਦੇ ਨੇ, ਉਹ ਇਹਨਾਂ ਸੰਬੰਧਾਂ ਦੇ ਬੇਸ 'ਤੇ ਸਰਕਾਰ ਨੂੰ ਗਾਹਾਂ 2 ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ। ਇੱਕ ਹੈ ਸੰਸਦੀ ਸਰਕਾਰ, ਦੂਸਰੀ ਹੈ ਪ੍ਰਧਾਨਾਤਮਕ ਸਰਕਾਰ। ਕਲੀਅਰ? ਕੰਮਾਂ ਦੇ ਆਧਾਰ ਦੇ ਉੱਤੇ ਵਿਧਾਨ ਪਾਲਿਕਾ ਅਤੇ ਕਾਰਜਪਾਲਿਕਾ ਦੇ ਆਪਸ ਜਿਹੜੇ ਸੰਬੰਧ ਨੇ, ਉਹਨਾਂ ਦੇ ਆਧਾਰ 'ਤੇ ਅਸੀਂ ਸਰਕਾਰ ਨੂੰ ਕਿੰਨੇ ਭਾਗਾਂ ਵਿੱਚ ਵੰਡਦੇ ਹਾਂ? 2। ਕਿਹੜੀ ਕਿਸਮਾਂ ਦੇ ਨਾਮ ਯਾਦ ਰੱਖਣੇ ਨੇ? ਸੰਸਦੀ ਸਰਕਾਰ ਅਤੇ ਪ੍ਰਧਾਨਾਤਮਕ ਸਰਕਾਰ। ਹੁਣ ਇਹ ਕੀ ਹੁੰਦੀ? ਕਹਿੰਦਾ ਜੇਕਰ ਕਾਰਜਪਾਲਿਕਾ ਵਿਧਾਨ ਪਾਲਿਕਾ ਪ੍ਰਤੀ, ਕਾਰਜਪਾਲਿਕਾ ਕੰਮ ਕਰਨ ਵਾਲੀ, ਵਿਧਾਨ ਪਾਲਿਕਾ ਕਾਨੂੰਨ ਬਣਾਉਣ ਵਾਲੀ। ਕਹਿੰਦਾ ਕੰਮ ਕਰਨ ਵਾਲੀ ਕਾਰਜਪਾਲਿਕਾ ਕਾਨੂੰਨ ਬਣਾਉਣ ਵਾਲੀ ਵਿਧਾਨ ਪਾਲਿਕਾ ਪ੍ਰਤੀ ਉੱਤਰਦਾਈ, ਭਾਵ ਰਿਸਪੌਂਸੀਬਲ ਹੈ, ਜਵਾਬਦੇਹੀ ਹੈ, ਅਤੇ ਦੋਨਾਂ ਵਿਚਕਾਰ ਬਹੁਤ ਨੇੜਲੇ ਸੰਬੰਧ ਹਨ, ਤਾਂ ਉਸ ਨੂੰ ਸੰਸਦੀ ਸਰਕਾਰ ਕਿਹਾ ਜਾਂਦਾ ਹੈ। ਦੇਖੋ, ਪੂਰਾ ਕੰਸੈਪਟ ਆਪਣਾ ਕਲੀਅਰ ਹੋ ਗਿਆ। ਜਿਹੜਾ ਆਪਾਂ ਟੌਪਿਕ ਚੱਲ ਰਿਹਾ ਸੰਸਦੀ ਸਰੂਪ, ਕਹਿੰਦਾ ਜੇਕਰ ਕਾਰਜਪਾਲਿਕਾ ਵਿਧਾਨ ਪਾਲਿਕਾ ਪ੍ਰਤੀ ਉੱਤਰਦਾਈ ਹੈ, ਰਿਸਪੌਂਸੀਬਲ ਹੈ, ਜਿਹੜਾ ਉਹ ਕੰਮ ਕਰਕੇ ਆਈ ਹੈ, ਲਾਗੂ ਕਰਕੇ ਆਈ ਹੈ, ਉਹਦਾ ਜਵਾਬ ਉਹਨੂੰ ਆ ਕੇ ਵਿਧਾਨ ਪਾਲਿਕਾ ਨੂੰ ਦੇਣਾ ਪਿਆ, ਅਤੇ ਉਹਨਾਂ ਵਿੱਚ ਆਪਸ 'ਚ ਕੋਆਰਡੀਨੇਸ਼ਨ ਹੈ, ਆਪਸ 'ਚ ਤਾਲਮੇਲ ਹੈ, ਆਪਸ 'ਚ ਗੂੜਾ ਸੰਬੰਧ ਹੈ, ਤਾਂ ਇਸ ਤਰ੍ਹਾਂ ਦੀ ਸਰਕਾਰ ਨੂੰ, ਜਿੱਥੇ ਇਹ ਸਿਸਟਮ ਲਾਗੂ ਹੁੰਦਾ ਹੈ, ਉਸ ਨੂੰ ਅਸੀਂ ਕੀ ਬੋਲਦੇ ਹਾਂ? ਸੰਸਦੀ ਸਰਕਾਰ ਬੋਲਿਆ ਜਾਂਦਾ ਹੈ। ਇਹਦੇ ਦੂਸਰੇ ਨਾਮ ਕਿਹੜੇ ਨੇ? ਅਜਿਹੀ ਸੰਸਦੀ ਸ਼ਾਸਨ ਪ੍ਰਣਾਲੀ ਨੂੰ ਅਸੀਂ ਮੰਤਰੀ ਮੰਡਲ ਸ਼ਾਸਨ ਪ੍ਰਣਾਲੀ, ਭਾਵ ਕੰਮ ਕੌਣ ਕਰਦਾ ਹੈ? ਮੰਤਰੀ ਮੰਡਲ। ਕੰਮ ਕਰਨ ਵਾਲੇ ਵਿਅਕਤੀ ਜਿਹੜੇ ਉਹ ਰੂਲਸ ਐਂਡ ਰੈਗੂਲੇਸ਼ਨ ਨੂੰ ਲਾਗੂ ਕਰਦੇ ਨੇ, ਉਹਨਾਂ ਨੂੰ ਅਸੀਂ ਕੀ ਬੋਲਦੇ ਹਾਂ? ਮੰਤਰੀ ਮੰਡਲ। ਕੈਬਨਿਟ ਫਾਰਮ ਆਫ ਗੌਰਮੈਂਟ, ਸਰਕਾਰ ਦਾ ਉਹ ਕੈਬਨਿਟ ਫਾਰਮ ਵਾਲੀ ਜਿਹੜੀ ਸਰਕਾਰ ਹੈ ਉਹ ਬੋਲਿਆ ਜਾਂਦਾ ਹੈ। ਜਾਂ ਇਸ ਨੂੰ ਉੱਤਰਦਾਈ ਸ਼ਾਸਨ ਪ੍ਰਣਾਲੀ, ਰਿਸਪੌਂਸੀਬਲ ਗੌਰਮੈਂਟ ਵੀ ਆਖਦੇ ਹਾਂ। ਦੇਖੋ, ਸੰਸਦੀ ਸ਼ਾਸਨ ਪ੍ਰਣਾਲੀ ਦੇ 2 ਨਾਮ ਹੋਰ ਅੱਗੇ ਕਿਹੜੇ ਬਣਾਤੇ ਅਸੀਂ? ਕਹਿੰਦਾ ਇੱਕ ਤਾਂ ਉਹਨੂੰ ਮੰਤਰੀ ਮੰਡਲ ਦਾ ਸ਼ਾਸਨ ਪ੍ਰਣਾਲੀ ਬੋਲਦੇ ਹਾਂ, ਦੂਸਰਾ ਅਸੀਂ ਉੱਤਰਦਾਈ ਸ਼ਾਸਨ ਪ੍ਰਣਾਲੀ ਵੀ ਬੋਲਦੇ ਹਾਂ। ਹੁਣ ਦੂਸਰੀ ਸੀਗੀ ਪ੍ਰਧਾਨਾਤਮਕ। ਜੇਕਰ ਕਹਿੰਦਾ ਕਾਰਜਪਾਲਿਕਾ ਕੰਮ ਕਰਨ ਵਾਲੇ ਅਤੇ ਵਿਧਾਨ ਪਾਲਿਕਾ ਕਾਨੂੰਨ ਬਣਾਉਣ ਵਾਲੇ ਦੇ ਪ੍ਰਤੀ ਉੱਤਰਦਾਈ ਨਹੀਂ, ਭਾਵ ਕੰਮ ਕਰਨ ਵਾਲੇ ਜਿਨ੍ਹਾਂ ਨੇ ਕਾਨੂੰਨ ਬਣਾਇਆ ਹੈ ਉਹਨਾਂ ਪ੍ਰਤੀ ਕੋਈ ਉੱਤਰਦਾਈ ਨਹੀਂ, ਕੋਈ ਰਿਸਪੌਂਸੀਬਿਲਿਟੀ ਨਹੀਂ, ਉਹ ਆਪਦਾ ਜੋ ਕੰਮ ਕਰਦੇ ਨੇ ਉਹਦੀ ਰਿਪੋਰਟ ਉਹਨਾਂ ਨੂੰ ਵਿਧਾਨ ਪਾਲਿਕਾ ਨੂੰ ਨਹੀਂ ਕਰਨੀ ਪੈਂਦੀ। ਦੋਹਾਂ ਵਿਚਕਾਰ ਕੋਈ ਨਿਕਟ ਸੰਬੰਧ ਨਹੀਂ ਹੁੰਦਾ, ਜਿਵੇਂ ਅਮਰੀਕਾ 'ਚ ਵੀ ਹੈ ਨਾ, ਤਾਂ ਸਗੋਂ ਦੂਸਰੇ ਇੱਕ ਦੂਜੇ ਦੇ ਬਿਲਕੁਲ ਵੱਖਰੇ ਹਨ, ਤਾਂ ਉਸ ਨੂੰ ਪ੍ਰਧਾਨਾਤਮਕ ਸਰਕਾਰ ਦਾ ਨਾਮ ਦਿੱਤਾ ਜਾਂਦਾ ਹੈ। ਬੇਟਾ, ਜਿੱਥੇ ਕਾਰਜਪਾਲਿਕਾ ਅਤੇ ਵਿਧਾਨ ਪਾਲਿਕਾ ਦੇ ਵਿੱਚ ਕੋਈ ਰਿਸਪੌਂਸੀਬਿਲਿਟੀਜ਼ ਨਹੀਂ ਹੈ, ਉਹਨਾਂ ਦੇ ਵਿੱਚ ਆਪਸ ਕੋਈ ਗੂੜਾ ਸੰਬੰਧ ਨਹੀਂ ਹੈ, ਆਪਸ ਜ਼ਿਆਦਾ ਕੋਆਰਡੀਨੇਸ਼ਨਸ ਨਹੀਂ ਹਨ, ਇੱਕ ਦੂਜੇ ਦੇ ਪ੍ਰਤੀ ਬਾਉਂਡਡ ਨਹੀਂ ਹਨ, ਅਜਿਹੀ ਸਰਕਾਰ ਨੂੰ ਅਸੀਂ ਪ੍ਰਧਾਨਾਤਮਕ ਸਰਕਾਰ ਬੋਲਦੇ ਹਾਂ। ਪਰ ਇੱਕ ਅਜਿਹੀ ਸਥਿਤੀ ਜਿੱਥੇ ਕਾਰਜਪਾਲਿਕਾ ਹੈ ਆਪਣੇ ਕੰਮ ਪ੍ਰਤੀ ਵਿਧਾਨ ਪਾਲਿਕਾ ਨੂੰ ਜ਼ਿੰਮੇਵਾਰ ਹੁੰਦੀ ਹੈ, ਉਹਨਾਂ ਦੇ ਵਿੱਚ ਆਪਸ 'ਚ ਬਹੁਤ ਗੂੜਾ ਸੰਬੰਧ ਹੁੰਦਾ ਹੈ, ਇੱਕ ਦੂਜੇ ਨਾਲ ਕੋਆਰਡੀਨੇਟ ਕਰਕੇ ਚੱਲਦੇ ਨੇ, ਇੱਕ ਦੂਜੇ ਪ੍ਰਤੀ ਬਾਉਂਡਿੰਗ ਹੁੰਦੇ ਨੇ, ਇੱਕ ਦੂਜੇ ਪ੍ਰਤੀ ਉੱਤਰਦਾਈ ਹੁੰਦੇ ਨੇ, ਹੈ ਨਾ। ਕਾਰਜਪਾਲਿਕਾ ਨੂੰ ਆਪਣੀ ਸਾਰੀ ਰਿਪੋਰਟ ਵਿਧਾਨ ਪਾਲਿਕਾ ਨੂੰ ਦੇਣੀ ਪੈਂਦੀ ਹੈ। ਅਜਿਹੀ ਸਰਕਾਰ ਨੂੰ ਅਸੀਂ ਸੰਸਦੀ ਸ਼ਾਸਨ ਪ੍ਰਣਾਲੀ ਬੋਲਦੇ ਹਾਂ। ਸਾਡੇ ਭਾਰਤ ਵਿੱਚ ਇਸੇ ਤਰ੍ਹਾਂ ਦੀ ਹੀ ਸ਼ਾਸਨ ਪ੍ਰਣਾਲੀ ਹੈ। ਤੁਸੀਂ ਦੇਖਿਆ ਹੋਊਗਾ ਨਾ, ਮੰਤਰੀ ਮੰਡਲ ਹੈ, ਕੋਈ ਮੰਤਰੀ ਮੰਨ ਲਓ ਆਪਣੇ ਸਿੱਖਿਆ ਮੰਤਰੀ ਨੇ ਡਿਪਾਰਟਮੈਂਟ ਦੇ ਵਿੱਚ ਕੋਈ ਚੀਜ਼ ਹੋਈ,
ਉਹ ਸਾਰੀ ਰਿਪੋਰਟ ਲਾਗੂ ਕਰਤਾ। ਲਾਗੂ ਕਰਨ ਮਗਰੋਂ ਜਿਹੜੀ ਉਹਦੀ ਆਊਟਪੁੱਟ ਆਈ, ਜਿਹੜੀ ਰਿਪੋਰਟ ਆਈ, ਉਹਨਾਂ ਨੇ ਜਾ ਕੇ ਫਿਰ ਵਿਧਾਨ ਪਾਲਿਕਾ ਦੇ ਵਿੱਚ ਉਹਦੇ ਪ੍ਰਤੀ ਉਹਨਾਂ ਨੂੰ ਰਿਪਲਾਈ ਕਰਨਾ ਪੈਂਦਾ ਹੈ, ਜਿੱਥੋਂ ਕਾਨੂੰਨ ਕੋਈ ਬਣ ਕੇ ਆਇਆ ਹੁੰਦਾ ਹੈ। ਸੋ ਆਈ ਹੋਪ ਤੁਹਾਨੂੰ ਇੰਨਾ ਕੁ ਬੇਸਿਕ ਚੀਜ਼ ਪਤਾ ਲੱਗ ਗਿਆ ਹੋ ਵੀ ਸੰਸਦੀ ਸ਼ਾਸਨ ਪ੍ਰਣਾਲੀ ਕੀ ਹੁੰਦੀ ਹੈ। ਸਰਕਾਰ ਦੇ 3 ਅੰਗ ਹੁੰਦੇ ਹਨ: ਵਿਧਾਨ ਪਾਲਿਕਾ, ਕਾਰਜਪਾਲਿਕਾ, ਨਿਆਂਪਾਲਿਕਾ। ਵਿਧਾਨ ਪਾਲਿਕਾ ਦਾ ਕੰਮ ਕਾਨੂੰਨ ਬਣਾਉਣਾ, ਕਾਰਜਪਾਲਿਕਾ ਦਾ ਕੰਮ ਉਹਨਾਂ ਨੂੰ ਇੰਪਲੀਮੈਂਟ ਕਰਨਾ, ਕਾਰਜ ਕਰਨਾ, ਲਾਗੂ ਕਰਨਾ। ਨਿਆਂਪਾਲਿਕਾ ਦਾ ਕੰਮ ਹੈ ਉਹਨਾਂ ਕਾਨੂੰਨਾਂ ਨੂੰ ਵਿਆਖਿਆ ਕਰਨਾ, ਕਾਨੂੰਨਾਂ ਦੀ ਉਲੰਘਣਾ ਕਰਨ ਵਾਲੇ ਨੂੰ ਸਜ਼ਾ ਦੇਣਾ ਜਾਂ ਕਾਨੂੰਨਾਂ ਦੀ ਰੱਖਿਆ ਕਰਨਾ। ਇਹ ਸਾਰੇ ਕੰਮ ਨਿਆਂਪਾਲਿਕਾ ਦੇ ਨੇ। ਸੋ ਇਹਨਾਂ ਕਾਰਜਪਾਲਿਕਾ ਅਤੇ ਵਿਧਾਨ ਪਾਲਿਕਾ ਦੇ ਆਪਸੀ ਸੰਬੰਧਾਂ ਦੇ ਵਿੱਚ ਦੇ ਆਧਾਰ 'ਤੇ ਅਸੀਂ ਇਸ ਨੂੰ ਸਰਕਾਰ ਨੂੰ 2 ਭਾਗਾਂ 'ਚ ਵੰਡਦੇ ਹਾਂ। ਇੱਕ ਸੰਸਦੀ ਸ਼ਾਸਨ ਪ੍ਰਣਾਲੀ, ਦੂਸਰੀ ਹੈ ਪ੍ਰਧਾਨਾਤਮਕ ਸ਼ਾਸਨ ਪ੍ਰਣਾਲੀ। ਸੰਸਦੀ ਸ਼ਾਸਨ ਪ੍ਰਣਾਲੀ ਅਸੀਂ ਪੜ੍ਹ ਚੁੱਕੇ ਹਾਂ, ਜਿੱਥੇ ਕਾਰਜਪਾਲਿਕਾ ਆਪਣੇ ਕੰਮਾਂ ਪ੍ਰਤੀ ਵਿਧਾਨ ਪਾਲਿਕਾ ਨੂੰ ਜਵਾਬਦੇਹ ਹੁੰਦੀ ਹੈ। ਉਹਨਾਂ ਵਿੱਚ ਗੂੜਾ ਸੰਬੰਧ ਹੁੰਦਾ ਹੈ, ਮਿਲ ਕੇ ਕੰਮ ਕਰਦੇ ਨੇ, ਕੋਆਰਡੀਨੇਸ਼ਨ ਦੀ ਭਾਵਨਾ ਹੁੰਦੀ ਹੈ, ਰਿਸਪੌਂਸੀਬਿਲਿਟੀ ਦੀ ਭਾਵਨਾ ਹੁੰਦੀ ਹੈ। ਉਸ ਨੂੰ ਅਸੀਂ ਸੰਸਦੀ ਸ਼ਾਸਨ ਪ੍ਰਣਾਲੀ ਬੋਲਦੇ ਹਾਂ, ਜਿਵੇਂ ਸਾਡੇ ਭਾਰਤ ਦੇ ਵਿੱਚ ਹੈ। ਅਤੇ ਜਿੱਥੇ ਕਾਰਜਪਾਲਿਕਾ ਵਿਧਾਨ ਪਾਲਿਕਾ ਪ੍ਰਤੀ ਕੋਈ ਬਹੁਤੀ ਜ਼ਿੰਮੇਵਾਰੀ ਨਹੀਂ ਹੁੰਦੀ, ਉਹਨਾਂ ਦੀ ਰਿਸਪੌਂਸੀਬਿਲਿਟੀ ਨਹੀਂ ਹੁੰਦੀ, ਉਹਨਾਂ 'ਚ ਆਪਸ ਕੋਈ ਬਹੁਤਾ ਗੂੜਾ ਸੰਬੰਧ ਨਹੀਂ ਹੁੰਦਾ, ਉਸ ਨੂੰ ਅਸੀਂ ਪ੍ਰਧਾਨਾਤਮਕ ਸਰਕਾਰ ਬੋਲਦੇ ਹਾਂ, ਪ੍ਰਧਾਨਾਤਮਕ ਸ਼ਾਸਨ ਪ੍ਰਣਾਲੀ ਬੋਲਦੇ ਹਾਂ, ਜਿਸ ਤਰ੍ਹਾਂ ਦੀ ਅਮਰੀਕਾ ਦੇ ਵਿੱਚ ਹੈ। ਸੋ ਆਈ ਹੋਪ ਦਿਸ ਪੇਜ ਦੇ ਵਿੱਚੋਂ ਜਿੰਨਾ ਵੀ ਤੁਹਾਨੂੰ ਮੇਨ ਚੀਜ਼ ਹੈ ਸੰਸਦੀ ਸ਼ਾਸਨ ਪ੍ਰਣਾਲੀ ਸਿਸਟਮ ਬਾਰੇ ਪਤਾ ਲੱਗ ਗਿਆ ਹੋਊਗਾ। ਸੋ ਹੁਣ ਆਪਾਂ ਵੀ ਵਿਲ ਨਾਓ ਡਿਸਕਸ ਓਨਲੀ ਪਾਰਲੀਮੈਂਟਰੀ ਸਿਸਟਮ। ਪਰਿਭਾਸ਼ਾ ਇੱਕ ਬੜੇ ਜਿਹੜੇ ਸਾਡੇ ਰਾਜਨੀਤਿਕ ਵਿਦਵਾਨ ਹੋਏ ਨੇ, ਡਾਕਟਰ ਗਾਰਨਰ, ਉਹਨਾਂ ਦੇ ਅਨੁਸਾਰ ਇੱਕ ਬੜੀ ਵਧੀਆ ਡੈਫੀਨੇਸ਼ਨ ਦਿੱਤੀ ਗਈ ਹੈ। ਤੁਸੀਂ ਇਸ ਨੂੰ ਯਾਦ ਵੀ ਕਰ ਸਕਦੇ ਹੋ। ਇੱਕ ਲਾਈਨ ਪੜ੍ਹੋਗੇ, ਜੋ ਆਪਾਂ ਹੁਣ ਤੱਕ ਪੜ੍ਹ ਕੇ ਆਏ ਹਾਂ ਉਹਦਾ ਰੈਪੀਟੇਸ਼ਨ ਹੈ, ਉਸ ਨੂੰ ਇਹਨੇ ਐਕਸਪਲੇਨ ਕੀਤਾ ਹੈ ਬੜੇ ਵਧੀਆ ਢੰਗ ਨਾਲ। ਦੇਖੋ ਮੈਂ ਪੜ੍ਹ ਰਿਹਾ, ਯੂ ਜਸਟ ਲਿਸਨ ਐਂਡ ਕੰਪੇਅਰ ਵਿਦ ਜੋ ਆਪਾਂ ਨੇ ਹੁਣ ਤੱਕ ਪੜ੍ਹਿਆ ਉਹਦੇ ਨਾਲ ਕੰਪੇਅਰ ਕਰਕੇ ਦੇਖੋ ਕੀ ਹੈ। ਕਹਿੰਦਾ ਸੰਸਦੀ ਸਰਕਾਰ ਉਹ ਸ਼ਾਸਨ ਪ੍ਰਣਾਲੀ ਹੈ ਜਿਸ ਵਿੱਚ ਅਸਲੀ ਕਾਰਜਪਾਲਿਕਾ ਭਾਵ ਮੰਤਰੀ ਮੰਡਲ। ਬੇਟਾ ਕਾਰਜਪਾਲਿਕਾ ਮੀਨਜ਼ ਦੇਖੋ, ਕਾਰਜ ਮੀਨਜ਼ ਕੰਮ ਕਰਨ ਵਾਲੇ। ਕੰਮ ਕੌਣ ਕਰਨਗੇ? ਵਿਅਕਤੀ ਵੀ ਕਰਨਗੇ, ਮਸ਼ੀਨਾਂ ਤਾਂ ਨਹੀਂ ਕਰਨਗੀਆਂ। ਕੰਮ ਕਰਨ ਵਾਲੇ ਵਿਅਕਤੀ ਕਿਹੜੇ ਨੇ? ਜਿਹੜੇ ਅਸੀਂ ਇਲੈਕਟਡ ਨੇ, ਚੁਣੇ ਹੋਏ ਨੇ, ਭਾਵ ਸਾਡੇ ਮੰਤਰੀ ਨੇ, ਜਿਹੜੇ MLAs ਜਾਂ MPs ਨੇ, ਉਹੀ ਕੰਮ ਕਰਨਗੇ। ਉਹਨੂੰ ਕੀ ਬੋਲਦੇ ਹਾਂ ਅਸੀਂ? ਮੰਤਰੀ ਮੰਡਲ। ਵਿਧਾਨ ਪਾਲਿਕਾ ਜਾਂ ਉਸ ਦੇ ਇੱਕ ਲੋਕਪ੍ਰਿਯ ਸਦਨ ਦੇ ਵੱਲ ਅਤੇ ਅੰਤ ਵਿੱਚ ਚੋਣਕਾਰ ਅਸੀਂ ਇਲੈਕਟਡ ਪੀਪਲਸ ਵੱਲ ਆਪਣੀਆਂ ਰਾਜਨੀਤਿਕ ਨੀਤੀਆਂ ਅਤੇ ਕੰਮਾਂ ਦੇ ਲਈ ਉੱਤਰਦਾਈ ਹੋਵੇ, ਜਦੋਂ ਕਿ ਰਾਜ ਦਾ ਮੁਖੀ ਜੋ ਨਾਮਾਤਰ ਮੁਖੀ ਹੈ ਉਹ ਅਨਉੱਤਰਦਾਈ ਹੋਵੇ। ਦੇਖੋ ਇਹ ਇੱਕ ਡੈਫੀਨੇਸ਼ਨ ਦਿੱਤੀ ਗਈ ਹੈ ਪਾਰਲੀਮੈਂਟਰੀ ਸਿਸਟਮ ਦੀ, ਜਿਹਦੇ ਵਿੱਚ ਕੀ ਕਹਿੰਦਾ? ਕੰਮ ਕਰਨ ਵਾਲੇ ਵਿਅਕਤੀ ਭਾਵ ਮੰਤਰੀਆਂ ਦਾ ਉਹ ਸਮੂਹ ਜਿਨ੍ਹਾਂ ਨੂੰ ਅਸੀਂ ਚੁਣ ਕੇ ਭੇਜਿਆ ਹੈ। ਚੋਣ ਕੌਣ ਨੇ? ਅਸੀਂ। ਵੀ ਆਰ ਦਾ ਇਲੈਕਟਡ ਪੀਪਲ। ਅਸੀਂ ਵੋਟਾਂ ਪਾਉਂਦੇ ਹਾਂ। ਸਾਡੇ ਭਾਰਤ ਦੇ ਵਿੱਚ 18 ਸਾਲ ਜਾਂ ਉਸ ਤੋਂ ਵੱਧ ਉਮਰ ਵਾਲੇ ਵਿਅਕਤੀ ਨੂੰ ਵੋਟ ਪਾਉਣ ਦਾ ਅਧਿਕਾਰ ਹੈ। ਵੀ ਇਲੈਕਟ ਆਰ MLAs ਆਰ MPs, ਅਸੀਂ ਸਾਰੇ ਉਹਨੂੰ ਇਲੈਕਟ ਕਰਕੇ ਭੇਜਦੇ ਹਾਂ। ਜਦੋਂ ਕਹਿੰਦਾ ਸਾਡੇ ਉਹ ਇਲੈਕਟਡ ਮੈਂਬਰਸ ਆਪ ਦੀ ਵਿਧਾਨ ਪਾਲਿਕਾ ਦੇ ਪ੍ਰਤੀ ਜ਼ਿੰਮੇਵਾਰ ਹੋਣ ਜਾਂ ਕਿਸੇ ਨਾ ਕਿਸੇ ਇੱਕ ਪ੍ਰਿਯ ਸਦਨ ਭਾਵ ਲੋਕ ਸਭਾ, ਜਿੱਥੋਂ ਇਹ ਆਪਣੇ MPs ਬੈਠਦੇ ਨੇ, ਜਾਂ ਰਾਜ ਸਰਕਾਰਾਂ ਦੇ ਵਿੱਚ ਰਾਜ ਵਿਧਾਨ ਸਭਾ ਜਿੱਥੇ ਇਹ ਬੈਠਦੇ ਨੇ, ਉਹਨਾਂ ਪ੍ਰਤੀ ਰਿਸਪੌਂਸੀਬਲ ਹੋਣ, ਉਹਨਾਂ ਪ੍ਰਤੀ ਉੱਤਰਦਾਈ ਹੋਣ, ਜਾਂ ਅਸਿੱਧੇ ਰੂਪ ਦੇ ਵਿੱਚ ਸਾਡੇ ਪ੍ਰਤੀ, ਕਿਉਂਕਿ ਅਸੀਂ ਚੁਣੇ ਨੇ ਉਹਨਾਂ ਨੂੰ, ਗਾਹਾਂ ਸਾਡੇ ਪ੍ਰਤੀ ਜ਼ਿੰਮੇਵਾਰ ਹੋਣ। ਅਜਿਹੇ ਸਿਸਟਮ ਨੂੰ ਅਸੀਂ ਸੰਸਦੀ ਸ਼ਾਸਨ ਪ੍ਰਣਾਲੀ ਬੋਲਦੇ ਹਾਂ। ਇਹਦੇ ਵਿੱਚ ਬੇਟਾ ਸੰਸਦੀ ਸ਼ਾਸਨ ਪ੍ਰਣਾਲੀ ਦੇ ਵਿੱਚ ਇੱਕ ਸਾਡਾ ਅਸਲੀ ਮੁਖੀ ਹੁੰਦਾ ਹੈ, ਜਿਹਨੂੰ ਅਸੀਂ ਕਾਰਜ ਕਰਨ ਵਾਲੇ ਵਿਅਕਤੀ ਨੇ, ਜਿਵੇਂ ਪ੍ਰਧਾਨ ਮੰਤਰੀ, ਉਹ ਅਸਲੀ ਮੁਖੀ ਨੇ। ਉਹਦਾ ਮੰਤਰੀ ਮੰਡਲ ਉਹ ਅਸਲੀ ਮੁਖੀ ਹੈ। ਨਾਮਾਤਰ ਮੁਖੀ ਪ੍ਰੈਜ਼ੀਡੈਂਟ ਆਫ ਇੰਡੀਆ, ਭਾਰਤ ਦੇ ਮਾਨਯੋਗ ਰਾਸ਼ਟਰਪਤੀ, ਜਿਹਨੂੰ ਅਸੀਂ ਨਾਮਾਤਰ ਮੁਖੀ ਬੋਲਦੇ ਹਾਂ। ਇਹ ਸੰਸਦੀ ਸ਼ਾਸਨ ਪ੍ਰਣਾਲੀ ਦੀ ਇੱਕ ਬੜੀ ਵੱਡੀ ਮੁੱਖ ਵਿਸ਼ੇਸ਼ਤਾ ਹੈ, ਇੰਪੋਰਟੈਂਟ ਵਿਸ਼ੇਸ਼ਤਾ ਹੈ। ਇਸ ਦੇ ਵਿੱਚ ਨੋਮੀਨਲ ਐਂਡ ਰੀਅਲ ਹੈਡ ਹੁੰਦਾ ਹੈ। ਨੋਮੀਨਲ ਹੈਡ ਦੇਸ਼ ਦਾ ਸੰਵਿਧਾਨਕ ਮੁਖੀ, ਸੰਵਿਧਾਨ ਨੇ ਮੁਖੀ ਕਿਹਨੂੰ ਬਣਾਇਆ ਹੈ? ਰਾਸ਼ਟਰਪਤੀ ਜੀ ਨੂੰ। ਅਤੇ ਅਸਲ ਮੁਖੀ ਜੋ ਉਹਨਾਂ ਦੇ ਨਾਮ 'ਤੇ ਕੰਮ ਕਰਦੇ ਨੇ ਉਹ ਨੇ ਸਾਡੇ ਪ੍ਰਧਾਨ ਮੰਤਰੀ। ਆਪਣੇ ਮੰਤਰੀ ਮੰਡਲ ਦੇ ਨਾਲ ਜੁੜ ਕੇ ਉਹ ਸਾਰੇ ਕੰਮ ਕਰਦੇ ਨੇ। ਜਿੰਨੇ ਵੀ ਕਾਨੂੰਨ ਬਣਦੇ ਨੇ ਉਹ 'ਤੇ ਸਾਈਨ ਕਿਹਨਾਂ ਦੇ ਹੁੰਦੇ ਨੇ? ਸਾਡੇ ਆਨਰੇਬਲ ਪ੍ਰੈਜ਼ੀਡੈਂਟ ਦੇ ਸਾਈਨ ਹੁੰਦੇ ਨੇ। ਪਰ ਉਹਨਾਂ ਨੂੰ ਇੰਪਲੀਮੈਂਟ ਕੌਣ ਕਰਦਾ ਹੈ? ਕਾਰਜਪਾਲਿਕਾ ਦਾ ਪ੍ਰਧਾਨ ਕੌਣ ਹੁੰਦਾ ਹੈ? ਪ੍ਰਧਾਨ ਮੰਤਰੀ ਜੀ। ਸੋ ਉਹਨਾਂ ਦੇ ਨਾਂ ਦੇ ਉੱਤੇ ਕੰਮ ਕੌਣ ਕਰਦੇ ਨੇ? ਪ੍ਰਧਾਨ ਮੰਤਰੀ ਜੀ ਅਤੇ ਉਹਨਾਂ ਦਾ ਮੰਤਰੀ ਮੰਡਲ। ਸੋ ਸੰਖੇਪ ਵਿੱਚ ਅਸੀਂ ਹੁਣ ਉਹ ਆ ਜਿਹੜੀ ਉੱਪਰ ਪਰਿਭਾਸ਼ਾ ਸੀ ਆਪਾਂ ਪੜ੍ਹ ਕੇ ਚੁੱਕੇ ਹਾਂ, ਇਹਨੂੰ ਆਪਾਂ ਐਕਸਪਲੇਨ ਕਰ ਰਹੇ ਹਾਂ ਥੋੜ੍ਹਾ ਜਿਹਾ ਡਿਟੇਲ ਵਿੱਚ। ਕਹਿੰਦਾ ਇਸ ਪ੍ਰਣਾਲੀ ਵਿੱਚ ਕਾਰਜਪਾਲਿਕਾ ਦੇ 2 ਰੂਪ ਹੁੰਦੇ ਹਨ। ਇੱਕ ਨੂੰ ਨਾਮ ਮਾਤਰ ਕਾਰਜਪਾਲਿਕਾ, ਨੋਮੀਨਲ, ਆਪਾਂ ਹੁਣੀ ਗੱਲ ਕਰਕੇ ਆਨਰੇਬਲ ਪ੍ਰੈਜ਼ੀਡੈਂਟ ਆਫ ਇੰਡੀਆ। ਦੂਸਰੇ ਨੂੰ ਅਸਲ ਕਾਰਜਪਾਲਿਕਾ, ਜਿਹਨੂੰ ਰੀਅਲ ਐਗਜ਼ੀਕਿਊਟਿਵ ਜੋ ਇੰਪਲੀਮੈਂਟ ਕਰਦਾ ਹੈ। ਕੌਣ ਕਰਦਾ ਇੰਪਲੀਮੈਂਟ? ਹੁਣੀ ਮੈਂ ਦੱਸ ਕੇ ਚੁੱਕੇ ਹਾਂ, ਪ੍ਰਧਾਨ ਮੰਤਰੀ ਜੀ ਅਤੇ ਉਹਨਾਂ ਦਾ ਮੰਤਰੀ ਮੰਡਲ। ਰੀਅਲ ਹੈਡ ਹੁੰਦੇ ਨੇ ਪ੍ਰਧਾਨ ਮੰਤਰੀ, ਪ੍ਰਾਈਮ ਮਿਨਿਸਟਰ ਆਫ ਇੰਡੀਆ ਐਂਡ ਹਿਜ਼ ਕੈਬਨਿਟ ਮਿਨਿਸਟਰਸ।
ਤੇ ਨੋਮੀਨਲ ਹੈੱਡ ਹੁੰਦੇ ਨੇ ਆਨਰੇਬਲ ਪ੍ਰੈਜ਼ੀਡੈਂਟ ਆਫ ਇੰਡੀਆ। ਇਹ ਸੰਸਦ ਦੀ ਸ਼ਾਸਨ ਪ੍ਰਣਾਲੀ ਦੀ ਇੱਕ ਵਿਸ਼ੇਸ਼ਤਾ ਹੈ। ਅਸਲੀ ਕਾਰਜਪਾਲਿਕਾ ਮੰਤਰੀ ਪਰਿਸ਼ਦ ਹੁੰਦੀ ਹੈ ਜੋ ਪ੍ਰਧਾਨ ਮੰਤਰੀ ਦੀ ਅਗਵਾਈ ਅਧੀਨ ਕੰਮ ਕਰਦੀ ਹੈ। ਬਿਲਕੁਲ ਸਹੀ ਗੱਲ ਹੈ। ਜੋ ਅਸਲੀ ਕਾਰਜਪਾਲਿਕਾ ਅਸਲੀ ਜਿਹਨੇ ਸਾਰਾ ਕੰਮ ਕਰਨਾ ਹੁੰਦਾ ਉਹ ਕਿਹਨੇ ਕਰਦਾ ਹੁੰਦਾ? ਮੰਤਰੀ ਪਰਿਸ਼ਦ ਨੇ ਕਰਨਾ। ਦੇਖੋ ਬੇਟਾ, ਇਲੈਕਟਡ ਪੀਪਲਸ ਅਸੀਂ ਲੋਕ ਸਭਾ ਦੇ ਵਿੱਚ ਚੁਣ ਕੇ ਭੇਜ ਦਿੰਦੇ ਹਾਂ। ਕਿੰਨੇ ਹੁੰਦੇ ਨੇ ਭਲਾ ਦੀਆਂ ਦੱਸੋ ਚੰਗਾ। ਚਲੋ ਇੱਕ ਕੁਐਸਚਨ ਆ ਗਿਆ, ਲੋਕ ਸਭਾ ਦੇ ਵਿੱਚ ਇਲੈਕਟਡ ਨੰਬਰ ਆਫ ਐਮਪੀਜ਼ ਕਿੰਨੇ ਹੁੰਦੇ ਨੇ? ਜਸਟ ਟੈਲ ਮੀ। ਹਾਂਜੀ, ਤੁਹਾਡੇ ਕੋਲ ਆਪਸ਼ਨ ਨੇ 545, 550, 552, 543। ਯੂ ਹੈਵ ਟੂ ਟੈਲ ਇਲੈਕਟਡ ਐਮਪੀਜ਼ ਆਫ ਲੋਕ ਸਭਾ। ਹਾਂ, ਉਰੇ ਅਕਸਰ ਬੱਚੇ ਕਨਫਿਊਜ਼ ਹੋ ਜਾਂਦੇ ਨੇ। 545 ਰਿਪਲਾਈਜ਼ ਦੇ ਰਹੇ ਨੇ, ਕੁਝ ਬੱਚੇ 550 ਵੀ ਕਹਿ ਦਿੰਦੇ ਨੇ। ਨਹੀਂ ਬੇਟਾ, ਇਲੈਕਟਡ ਦੀ ਮੀਨ ਜੋ ਚੁਣੇ ਜਾਂਦੇ ਨੇ, ਦੈਟ ਉਹਨਾਂ ਦਾ ਨੰਬਰ ਹੈ 543, 543। ਦੋ ਤਾਂ ਰਾਸ਼ਟਰਪਤੀ ਜੀ ਦੁਆਰਾ ਨੋਮੀਨੇਟ ਕੀਤੇ ਜਾਂਦੇ ਨੇ। ਸੋ ਇਲੈਕਟਡ ਮੈਂਬਰਸ ਆਫ ਲੋਕ ਸਭਾ ਆਰ 543। ਸੋ ਜਿਹੜੇ ਇਹ ਇਲੈਕਟਡ ਮੈਂਬਰਸ ਨੇ, ਇਹਦੇ ਵਿੱਚੋਂ ਪ੍ਰਧਾਨ ਮੰਤਰੀ ਜੀ ਕੁਝ ਨੂੰ ਕੈਬਨਿਟ ਮੰਤਰੀ ਬਣਾ ਦਿੰਦੇ ਨੇ ਜਿਹੜੇ ਅਸਲੀ ਕਾਰਜਪਾਲਿਕਾ ਹੁੰਦੇ ਨੇ। ਬਾਕੀ ਨੋ ਡਾਊਟ ਸਰਕਾਰ ਦਾ ਅੰਗ ਹੁੰਦੇ ਨੇ, ਸਰਕਾਰ ਦਾ ਪਾਰਟ ਹੁੰਦੇ ਨੇ। ਜਿਹੜੇ ਜਿੱਤ ਕੇ ਗਏ ਹੁੰਦੇ ਨੇ ਉਹ ਸੰਸਦ ਦੇ ਵਿੱਚ, ਲੋਕ ਸਭਾ ਦੇ ਵਿੱਚ ਕੰਮ ਕਰਦੇ ਨੇ। ਪਰ ਅਸਲੀ ਜਿਹੜਾ ਕਾਰਜ ਦਾ ਕੰਮ ਕਰਦੀ ਹੈ, ਕਾਰਜਪਾਲਿਕਾ ਦਾ ਕੰਮ ਕਰਦੀ ਹੈ, ਉਹ ਪ੍ਰਧਾਨ ਮੰਤਰੀ ਜੀ ਅਤੇ ਉਹਨਾਂ ਦਾ ਮੰਤਰੀ ਮੰਡਲ ਕਰਦਾ ਹੈ। ਸੋ ਮੰਤਰੀ ਪਰਿਸ਼ਦ ਸਮੂਹਿਕ ਤੌਰ 'ਤੇ ਵਿਧਾਨ ਮੰਡਲ ਪ੍ਰਤੀ ਸਦਨ ਰੀਪ੍ਰੈਜ਼ੈਂਟੇਟਿਵ ਜਿਹੜਾ ਚੈਂਬਰ ਹੈ ਉਸ ਦੇ ਪ੍ਰਤੀ ਉੱਤਰਦਾਈ ਹੁੰਦਾ ਹੈ। ਦੇਖੋ ਹੁਣ ਉਹ ਜਿਹੜੇ ਕੰਮ ਕਰਦੇ ਨੇ, ਕੁਝ ਮੰਨ ਲਓ 545 ਦੇ ਵਿੱਚੋਂ 300 ਮੈਂਬਰ ਇੱਕ ਪਾਰਟੀ ਦੇ ਨੇ। ਮੰਨ ਲਓ ਬੀਜੇਪੀ ਪਾਰਟੀ ਦੀ ਮੌਜੂਦਾ ਸਰਕਾਰ ਚੱਲ ਰਹੀ ਹੈ NDA ਦੀ, ਤਾਂ ਉਹ 300 ਮੈਂਬਰ MPs ਬੀਜੇਪੀ ਦੇ ਨੇ। ਉਹਦੇ ਵਿੱਚੋਂ ਪ੍ਰਧਾਨ ਮੰਤਰੀ ਜੀ ਨੇ ਕੁਝ 30 ਬੰਦੇ ਆਪਣੇ ਕੱਢ ਲਏ, ਤਾਂ ਉਹਨਾਂ ਦੀ ਇੱਕ ਕੈਬਨਿਟ ਬਣਾ ਲਈ। ਹੁਣ ਉਹ 30 ਕੱਢੇ ਤਾਂ 300 ਦੇ ਵਿੱਚੋਂ ਹੀ ਨੇ ਨਾ, ਆਪਣੇ ਬੰਦੇ ਦੇ ਜੋ 270 ਉਹਨਾਂ ਦੇ ਬਾਕੀ ਰਹਿ ਗਏ। ਬਾਕੀ 145 ਹੋਰ ਵੀ ਤਾਂ ਬਾਕੀ ਬੈਠੇ ਨੇ ਉੱਥੇ ਸੰਸਦ ਦੇ ਵਿੱਚ, ਸਾਂਸਦ ਸਾਡੇ MPs। ਸੋ ਜਿਹੜੇ 30 ਬੰਦੇ ਕੈਬਨਿਟ ਮਿਨਿਸਟਰਸ ਪ੍ਰਧਾਨ ਮੰਤਰੀ ਜੀ ਆਪਣੇ ਨਾਲ ਲਾ ਲਏ, ਐਂਡ ਉਹ ਹੈਡਡ ਬਾਏ ਪ੍ਰਾਈਮ ਮਿਨਿਸਟਰ ਆਫ ਇੰਡੀਆ। ਇਹ ਸਾਰੇ ਬੰਦੇ ਕਿਹਦੇ ਪ੍ਰਤੀ ਜ਼ਿੰਮੇਵਾਰ ਹੋਣਗੇ? ਪਹਿਲਾਂ ਤਾਂ ਉੱਥੋਂ ਦੀ ਲੋਕ ਸਭਾ, ਸਾਡੀ ਲੋਕ ਸਭਾ ਦੇ ਪ੍ਰਤੀ ਜਿਹੜੇ ਉੱਥੇ ਮੈਂਬਰ ਬੈਠੇ ਨੇ, 543 ਪਲੱਸ 2 ਮੈਂਬਰ ਬੈਠੇ ਨੇ, ਉਹਨਾਂ ਪ੍ਰਤੀ ਆਪਦੇ ਕੰਮਾਂ ਪ੍ਰਤੀ ਜ਼ਿੰਮੇਵਾਰ ਹੋਣਗੇ। ਉਹਨਾਂ ਨੂੰ ਰਿਸਪੌਂਸੀਬਿਲਿਟੀਜ਼ ਜੋ ਕੰਮ ਕਰਨਗੇ ਉਹਨਾਂ ਪ੍ਰਤੀ ਉਹਨਾਂ ਨੂੰ ਜਵਾਬਦੇਹੀ ਹੋਣਗੇ ਵੀ ਅਸੀਂ ਆਹ ਕੰਮ ਕਰ ਰਹੇ ਹਾਂ, ਇਹਦੀ ਆਊਟਪੁੱਟ ਆਏ। ਪ੍ਰਤੀਨਿਧੀ ਸੰਸਦ ਮੰਤਰੀ ਪਰਿਸ਼ਦ ਵਿਰੁੱਧ ਹੁਣ ਪ੍ਰਤੀਨਿਧੀ ਸੰਸਦ ਮੰਤਰੀ ਪਰਿਸ਼ਦ ਵਿਰੁੱਧ ਅਵਿਸ਼ਵਾਸ ਦਾ ਪ੍ਰਸਤਾਵ ਪਾਸ ਕਰਕੇ ਉਹਨਾਂ ਨੂੰ ਪਦਵੀ ਤੋਂ ਹਟਾ ਸਕਦਾ ਹੈ। ਬਿਲਕੁਲ ਸਹੀ ਗੱਲ ਹੈ। ਮੈਂ ਤੁਹਾਨੂੰ ਦੱਸ ਕੇ ਰਿਹਾ ਵੀ ਮੰਨ ਲਓ ਪ੍ਰਧਾਨ ਮੰਤਰੀ ਨੇ 30 ਕੈਬਨਿਟ ਮਿਨਿਸਟਰਸ ਬਣਾ ਲਏ, ਉਹ ਆਪਦਾ ਕੰਮ ਕਰ ਰਹੇ ਨੇ। ਪਰ ਜਿਹੜੇ ਬਾਕੀ ਹੈ ਨਾ 270 ਪਲੱਸ 143 ਜਿਹੜੇ ਦੂਸਰੇ 143 ਪਲੱਸ 2 145 ਦੂਸਰੇ ਇਲੈਕਟਡ ਉੱਥੇ MPs ਬੈਠੇ ਨੇ, ਉਹਨਾਂ ਨੂੰ ਲੱਗਿਆ ਵੀ ਇਹ ਕੰਮ ਵਧੀਆ ਨਹੀਂ ਕਰਦੇ। ਅਵਿਸ਼ਵਾਸ ਪ੍ਰਸਤਾਵ ਇਹ ਬੜਾ ਇੰਪੋਰਟੈਂਟ ਚੀਜ਼ ਹੈ। ਵਰਡਸ ਨੂੰ ਦੇਖੋ, ਵਰਡਸ ਨੂੰ ਐਕਸਪਲੇਨ ਕਰਕੇ ਦੇਖੋ, ਵਰਡਸ ਨੂੰ ਤੋੜ ਕੇ ਦੇਖੋ। ਅਵਿਸ਼ਵਾਸ, ਜਿਨ੍ਹਾਂ 'ਤੇ ਵਿਸ਼ਵਾਸ ਨਾ ਰਹਿਣਾ, ਬਸ ਸਿੰਪਲ। ਕੋਈ ਡਿਟੇਲ 'ਚ ਜਾਣ ਦੀ ਲੋੜ ਨਹੀਂ, ਕੋਈ ਯਾਦ ਕਰਨ ਦੀ ਲੋੜ ਨਹੀਂ, ਕੋਈ ਰੱਟਾ ਲਾਉਣ ਦੀ ਲੋੜ ਨਹੀਂ। ਸ਼ਬਦ ਨੂੰ ਫੜੋ, ਅਵਿਸ਼ਵਾਸ, ਤੁਹਾਡਾ ਕਿਸੇ 'ਤੇ ਵਿਸ਼ਵਾਸ ਚੱਕਿਆ ਜਾਣਾ। ਤਾਂ ਕਹਿੰਦਾ ਜਿਹੜੇ ਉਹ ਪ੍ਰਧਾਨ ਮੰਤਰੀ ਜੀ ਨੇ ਆਪਦੀ ਮਨੁੱਖਤਾ ਦੇ ਵਿੱਚ 30 ਬੰਦੇ ਹੋਰ ਲਏ ਸੀ, ਜਾਂ 35 ਬੰਦੇ ਹੋਰ ਲਏ ਸੀ, ਜਾਂ 25 ਵੀ ਹੋ ਸਕਦਾ ਨੰਬਰ, ਉਹ ਨੰਬਰ ਇੱਕ ਪ੍ਰਸਕ੍ਰਾਈਬਡ ਹੁੰਦਾ ਹੈ। ਉਹ ਮੰਤਰੀ ਮੰਡਲ ਦੇ ਉੱਤੇ ਬਾਕੀ ਉਹ ਕੈਬਨਿਟ ਮੰਤਰੀ ਦੇ ਉੱਤੇ ਬਾਕੀ ਮੰਤਰੀ ਮੰਡਲ ਕਿਹਾ ਵੀ ਸਾਨੂੰ ਹੁਣ ਤੁਹਾਡੇ 'ਤੇ ਵਿਸ਼ਵਾਸ ਨਹੀਂ ਰਿਹਾ। ਉਹ ਸਾਰੇ ਰਲ ਕੇ ਬਹੁਮਤ ਨਾਲ ਉਹ ਪ੍ਰਸਤਾਵ ਅਵਿਸ਼ਵਾਸ ਪ੍ਰਸਤਾਵ ਜੇ ਪਾ ਦਿੰਦੇ ਨੇ, ਤਾਂ ਉਹਨਾਂ ਨੂੰ ਸਾਰਿਆਂ ਨੂੰ ਅਸਤੀਫਾ ਦੇਣਾ ਪੈਂਦਾ। ਉੱਥੇ ਉਹਨਾਂ ਦਾ ਮੰਤਰੀ ਮੰਡਲ ਭੰਗ ਹੋ ਜਾਂਦਾ, ਕਿਉਂਕਿ ਉਹ ਰਿਸਪੌਂਸੀਬਲ ਨੇ ਬਾਕੀ ਦੇ ਸਾਰੇ ਆਪਣੇ ਉੱਥੋਂ ਦੇ ਲੋਕ ਸਭਾ ਦੇ ਮੈਂਬਰਾਂ ਦੇ ਪ੍ਰਤੀ, ਜਾਂ ਉੱਥੋਂ ਦੇ ਸੰਸਦ ਦੇ ਬਾਕੀ ਮੈਂਬਰਾਂ ਦੇ ਪ੍ਰਤੀ। ਅਸਲੀ ਕਾਰਜਪਾਲਿਕਾ ਅਤੇ ਵਿਧਾਨਪਾਲਿਕਾ ਵਿੱਚ ਬੜੇ ਨਿਕਟਵਰਤੀ ਸੰਬੰਧ ਹੁੰਦੇ ਨੇ। ਅਸਲ ਕਾਰਜਪਾਲਿਕਾ ਦੇ ਸਾਰੇ ਮੈਂਬਰ ਵਿਧਾਨਪਾਲਿਕਾ ਦੇ ਮੈਂਬਰ ਜ਼ਰੂਰ ਹੁੰਦੇ ਹਨ। ਦੇਖੋ ਜੀ, ਆਹ ਪੁਆਇੰਟ ਦੇਖੋ ਕੀ ਚੀਜ਼ ਕਹਿਣਾ ਚਾਹੁੰਦਾ ਹੈ ਇਹ। ਕਾਰਜਪਾਲਿਕਾ ਹੁੰਦੀ ਹੈ ਕੰਮ ਕਰਨ ਵਾਲੇ, ਵਿਧਾਨਪਾਲਿਕਾ ਹੁੰਦੀ ਹੈ ਕਾਨੂੰਨ ਬਣਾਉਣ ਵਾਲੇ। ਹੁਣ ਕਾਨੂੰਨ ਬਣਾਉਣ ਵਾਲੇ ਕੌਣ ਨੇ? ਵੀ ਦੇਖੋ, ਕਾਨੂੰਨ ਬਣਾਉਣ ਵਾਲੇ ਉਹ ਸਾਰੇ MLAs ਨੇ, ਉਹ ਸਾਰੇ MPs ਨੇ। ਦੇਸ਼ ਦੇ ਲੈਵਲ 'ਤੇ MP, ਸੰਸਦ ਦੇ ਲੈਵਲ 'ਤੇ MPs ਆ ਗਏ। ਜੇ ਆਪਾਂ ਰਾਜ ਦੀ ਗੱਲ ਕਰੀਏ ਤਾਂ MLAs ਆ ਗਏ। ਉਹ ਸਾਰੇ ਨੇ ਜਿਹੜੇ ਜਿੱਤ ਕੇ ਉੱਥੇ ਗਏ ਨੇ। ਇਲੈਕਟਡ ਮੈਂਬਰਸ ਜਿਹੜੇ ਉੱਥੇ ਬੈਠੇ ਨੇ, ਸੰਸਦ ਦੇ ਵਿੱਚ ਬੈਠੇ ਨੇ, ਉਹ ਸਾਰੇ ਦੇ ਸਾਰੇ ਵਿਧਾਨਪਾਲਿਕਾ ਨੇ। ਕਾਨੂੰਨ ਬਣਾਉਣ ਦੇ ਵਿੱਚ ਉਹਨਾਂ ਦੀ ਅਹਿਮ ਰੋਲ ਹੁੰਦਾ ਹੈ। ਕਾਰਜਪਾਲਿਕਾ ਜਿਹੜੇ ਉਹਦੇ ਵਿੱਚੋਂ ਪ੍ਰਧਾਨ ਮੰਤਰੀ ਨੇ ਆਪਣੇ ਨਾਲ ਵਾਲੇ ਕੰਮ ਕਰਨ ਵਾਸਤੇ, ਸੋ ਉਹਨਾਂ ਦੇ ਵਿੱਚ ਆਪਸੀ ਨਿਕਟਵਰਤੀ ਸੰਬੰਧ ਹੁੰਦਾ। ਫੋਰ ਐਗਜ਼ਾਮਪਲ ਆਪਾਂ ਪੰਜਾਬ ਦੀ ਗੱਲ ਕਰੀਏ, ਪੰਜਾਬ ਦੇ ਵਿੱਚ ਸਾਡੇ ਸ਼੍ਰੀ ਵਿਜੇਂਦਰ ਸਿੰਗਲਾ ਜੀ ਐਜੂਕੇਸ਼ਨ ਮਿਨਿਸਟਰ ਨੇ, ਸਿੱਖਿਆ ਵਿਭਾਗ ਦੇ ਮੁੱਖ ਮੰਤਰੀ ਨੇ ਨਾ ਉਹ। ਪਰ ਸਾਡੀ ਪੰਜਾਬ ਵਿਧਾਨ ਸਭਾ ਵੀ ਦੇ ਮੈਂਬਰ ਵੀ ਤਾਂ ਹੈਗੇ ਨੇ। ਉਹ ਕਾਨੂੰਨ ਤਾਂ ਉੱਥੇ ਹੀ ਬਣਦੇ ਨੇ। ਉੱਥੋਂ ਇੱਕ ਕਾਨੂੰਨ ਨੂੰ ਪਹਿਲਾਂ ਉਹਨਾਂ ਨੇ ਕਾਨੂੰਨ ਬਣਾਉਣ ਵਾਲੀ ਸਭਾ ਦੇ ਵਿੱਚ ਸੀਗੇ, ਫਿਰ ਉਹਨਾਂ ਨੂੰ ਜਦੋਂ ਉਹਨਾਂ ਨੇ ਐਜੂਕੇਸ਼ਨ ਮਿਨਿਸਟਰ ਉਹਨੂੰ ਲਾਗੂ ਕੀਤਾ, ਤਾਂ ਉਹਦੀ ਜਿੰਨੀਆਂ ਵੀ ਰਿਪੋਰਟਸ ਨੇ ਪਲੱਸ ਮਾਈਨਸ ਜੋ ਵੀ ਹੈ, ਉਹ ਜਾ ਕੇ ਜਦੋਂ ਵਿਧਾਨ ਸਭਾ ਦੇ ਵਿੱਚ ਦੱਸਣਗੇ ਤਾਂ ਬਾਕੀ ਦੇ ਮੰਤਰੀਆਂ ਸਾਹਮਣੇ ਪੇਸ਼ ਕਰਨਗੇ। ਸੋ ਇਸ ਕਰਕੇ ਕਾਰਜਪਾਲਿਕਾ ਦੇ ਸਾਰੇ ਮੈਂਬਰ ਜਿਹੜੇ ਹੁੰਦੇ ਨੇ ਉਹ ਵਿਧਾਨ ਮੰਡਲ ਦੇ, ਵਿਧਾਨ ਪਰਿਸ਼ਦ ਦੇ ਜਾਂ ਵਿਧਾਨ ਸਭਾ ਦੇ ਮੈਂਬਰ ਹੁੰਦੇ ਹੀ ਹੁੰਦੇ ਹਨ।
ਕਾਰਜਪਾਲਿਕਾ ਦਾ ਕਾਰਜਕਾਲ ਅਨਿਸ਼ਚਿਤ ਸਵਰੂਪ ਦਾ ਹੁੰਦਾ ਹੈ, ਕਿਉਂਕਿ ਉਸ ਨੂੰ ਪ੍ਰਤੀਨਿਧੀ ਸੰਸਦ ਦੁਆਰਾ ਕਿਸੇ ਵੀ ਸਮੇਂ ਪਦਵੀ ਤੋਂ ਹਟਾਇਆ ਜਾ ਸਕਦਾ। ਆਪਾਂ ਪਹਿਲਾਂ ਗੱਲ ਕਰਕੇ ਚੁੱਕੇ ਹਾਂ ਵੀ ਜੇਕਰ ਉਹਨਾਂ ਨੂੰ ਵਿਸ਼ਵਾਸ ਨਾ ਰਹੇ ਵੀ ਜਿਹੜੇ ਕੈਬਨਿਟ ਮੰਤਰੀ ਨੇ ਵਧੀਆ ਢੰਗ ਨਾਲ ਕੰਮ ਕਰ ਰਹੇ ਨੇ ਤੇ ਆਊਟਪੁੱਟ ਵਧੀਆ ਨਹੀਂ ਦੇ ਰਹੇ, ਤਾਂ ਉਹ ਕਿਸੇ ਵੀ ਸਮੇਂ ਅਵਿਸ਼ਵਾਸ ਕਹਿ ਸਕਦੇ ਨੇ ਵੀ ਸਾਨੂੰ ਤੁਹਾਡੇ 'ਤੇ ਵਿਸ਼ਵਾਸ ਨਹੀਂ ਰਿਹਾ, ਬਹੁਮਤ ਨਾਲ ਉਹ ਉਹਨਾਂ ਨੂੰ ਭੰਗ ਕਰ ਸਕਦੇ ਨੇ। ਪ੍ਰਤੀਨਿਧੀ ਸੰਸਦ ਦੇ ਨਿਸ਼ਚਿਤ ਕਾਰਜਕਾਲ ਦੀ ਸਮਾਪਤੀ ਤੋਂ ਪਹਿਲਾਂ ਵੀ ਕੁਝ ਸਮੇਂ ਵਾਸਤੇ ਕਮੇਟੀਆਂ ਬਣਾਈਆਂ ਜਾਂਦੀਆਂ ਨੇ, ਕੁਝ ਸਮੇਂ ਵਾਸਤੇ ਕੈਬਨਿਟ ਮਿਨਿਸਟਰਸ ਬਣਾਏ ਜਾਂਦੇ ਨੇ, ਪਰ ਉਹਨਾਂ ਨੂੰ ਉਸ ਸਮੇਂ ਤੋਂ ਪਹਿਲਾਂ ਵੀ ਭੰਗ ਕੀਤਾ ਜਾ ਸਕਦਾ ਹੈ। ਮੰਤਰੀ ਪਰਿਸ਼ਦ ਦੁਆਰਾ ਸਲਾਹ ਦੇ ਅਨੁਸਾਰ ਦੇਸ਼ ਦੇ ਮੁਖੀ ਦੁਆਰਾ ਭੰਗ ਕੀਤਾ ਜਾ ਸਕਦਾ। ਉਹੀ ਗੱਲ ਵੀ ਜਦੋਂ ਉਹਨਾਂ ਨੂੰ ਅਵਿਸ਼ਵਾਸ ਰਹੇ, ਉਹਨਾਂ ਨੂੰ ਲੱਗਣ ਲੱਗ ਜੇ ਵੀ ਇਹ ਜਿਹੜਾ ਸਾਡਾ ਕੈਬਨਿਟ ਹੈ ਪ੍ਰੋਪਰਲੀ ਵਰਕ ਨਹੀਂ ਕਰ ਰਿਹਾ, ਤਾਂ ਅਸੀਂ ਉਹਨਾਂ ਨੂੰ ਉਸ ਤੋਂ ਵੀ ਵਿਡਰਾਅ ਕੀਤਾ ਜਾ ਸਕਦਾ ਹੈ। ਸੋ ਹੁਣ ਤੱਕ ਆਪਾਂ ਨੇ ਸੰਸਦੀ ਸ਼ਾਸਨ ਪ੍ਰਣਾਲੀ ਕੀ ਹੁੰਦੀ ਹੈ, ਕਿਸ ਤਰ੍ਹਾਂ ਉਹਦੇ ਵਿੱਚ ਪ੍ਰਧਾਨਾਤਮਕ ਸਰਕਾਰ ਕੀ ਹੁੰਦੀ ਹੈ, ਸੰਸਦਾਤਮਕ ਕੀ ਹੁੰਦੀ ਹੈ, ਰੀਅਲ ਐਗਜ਼ੀਕਿਊਟਿਵ ਕੌਣ ਹੁੰਦਾ ਹੈ, ਨੋਮੀਨਲ ਐਗਜ਼ੀਕਿਊਟਿਵ ਕੌਣ ਹੁੰਦਾ ਹੈ ਨਾ, ਇਹਦੇ ਬਾਰੇ ਬੇਸਿਕ ਚੀਜ਼ਾਂ ਬਾਰੇ ਆਪਾਂ ਨੇ ਪੜ੍ਹਿਆ। ਆਈ ਹੋਪ ਤੁਹਾਨੂੰ ਇਹਦੇ ਬਾਰੇ ਨੌਲੇਜ ਮਿਲ ਗਈ ਹੋਊਗੀ, ਤੁਹਾਨੂੰ ਸਮਝ ਆ ਗਿਆ ਹੋਊਗਾ ਮੇਨ ਗੱਲ ਤਾਂ। ਸੋ ਲੈਟਸ ਚੈੱਕ, ਆਪਾਂ ਉਹਨੂੰ ਥੋੜ੍ਹਾ ਜਿਹਾ ਬਰੀਫ ਦੇ ਵਿੱਚ ਕੁਐਸਚਨ ਆਨਸਰ ਦੇ ਵਿੱਚ ਬਰੀਫ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਜਿਵੇਂ ਪਹਿਲਾ ਹੀ ਕੁਐਸਚਨ ਹੈ, ਸੰਸਦੀ ਪ੍ਰਣਾਲੀ ਵਿੱਚ ਵਿਧਾਨ ਪਾਲਿਕਾ ਅਤੇ ਕਾਰਜਪਾਲਿਕਾ ਵਿੱਚ ਕਿਸ ਤਰ੍ਹਾਂ ਦਾ ਸੰਬੰਧ ਹੁੰਦਾ ਹੈ। ਹੁਣ ਸੰਸਦੀ ਸ਼ਾਸਨ ਪ੍ਰਣਾਲੀ ਦਾ ਗੂੜਾ ਸੰਬੰਧ ਹੋਊਗਾ ਜੀ, ਬਹੁਤ ਹੀ ਨਿਕਟੀ ਸੰਬੰਧ ਹੈ, ਬਿਲਕੁਲ ਠੀਕ ਹੈ ਨਾ। ਸੰਸਦੀ ਪ੍ਰਣਾਲੀ ਦੀਆਂ ਦੋ ਕਾਰਜਪਾਲਿਕਾਵਾਂ ਦੇ ਨਾਂ ਲਿਖੋ, ਨਾ ਮਾਤਰ ਕਾਰਜਪਾਲਿਕਾ ਅਤੇ ਅਸਲੀ ਕਾਰਜਪਾਲਿਕਾ। ਨਾ ਮਾਤਰ ਕਾਰਜਪਾਲਿਕਾ ਕੌਣ ਸੀ ਜੀ? ਸਾਡੇ ਆਨਰੇਬਲ ਪ੍ਰੈਜ਼ੀਡੈਂਟ ਆਫ ਇੰਡੀਆ। ਕਾਰਜਪਾਲਿਕ ਸੀਗੇ, ਅਸਲੀ ਕਾਰਜਪਾਲਿਕਾ ਕੌਣ ਹੁੰਦੇ ਨੇ? ਪ੍ਰਧਾਨ ਮੰਤਰੀ ਜੀ ਅਤੇ ਉਹਨਾਂ ਦਾ ਮੰਤਰੀ ਮੰਡਲ। ਨਾ ਮਾਤਰ ਕਾਰਜਪਾਲਿਕਾ ਦੀ ਮੁੱਖ ਵਿਸ਼ੇਸ਼ਤਾ, ਨਾ ਮਾਤਰ ਕਹਿੰਦਾ ਸੰਵਿਧਾਨ ਦੁਆਰਾ ਕਾਰਜਕਾਰੀ ਸ਼ਕਤੀਆਂ ਨੂੰ ਨਾ ਮਾਤਰ ਕਾਰਜਪਾਲਿਕਾ ਨੂੰ ਦੇਣ, ਪਰ ਉਸ ਦੀ ਅਸਲੀ ਵਰਤੋਂ ਅਸਲੀ ਕਾਰਜਪਾਲਿਕਾ ਦੁਆਰਾ ਕੀਤੀ ਜਾਂਦੀ ਹੈ। ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸ ਕੇ ਹਟਿਆ, ਕਿਸੇ ਵੀ ਟਾਈਪ ਦਾ ਕੋਈ ਗੌਰਮੈਂਟ ਆਫ ਇੰਡੀਆ ਦਾ ਡਾਕੂਮੈਂਟ ਹੋਵੇ ਤਾਂ ਉਹ 'ਤੇ ਸਾਈਨ ਕਿਹਦੇ ਹੁੰਦੇ ਨੇ? ਆਨਰੇਬਲ ਪ੍ਰੈਜ਼ੀਡੈਂਟ ਆਫ ਇੰਡੀਆ। ਕਿਤੇ ਵੀ ਪ੍ਰਧਾਨ ਮੰਤਰੀ ਦੇ ਸਾਈਨ ਨਹੀਂ ਮਿਲਣਗੇ। ਕੋਈ ਵੀ ਕਾਨੂੰਨ ਹੈ, ਕੋਈ ਵੀ ਲੈਟਰ ਹੈ ਗੌਰਮੈਂਟ ਆਫ ਇੰਡੀਆ ਦਾ, ਕਿਤੇ ਵੀ ਚੈੱਕ ਕਰਕੇ ਦੇਖੋ ਤੁਸੀਂ ਕੋਈ ਲੈਟਰ, ਉਹਦੇ 'ਤੇ ਦੇਖੋ ਕਿਹਦੇ ਸਾਈਨ ਹੋਣਗੇ? ਆਨਰੇਬਲ ਪ੍ਰੈਜ਼ੀਡੈਂਟ ਆਫ ਇੰਡੀਆ। ਸੌਰੀ। ਭਾਰਤ ਵਿੱਚ ਨਾ ਮਾਤਰ ਕਾਰਜਪਾਲਿਕਾ ਕੌਣ ਹੈ? ਦੱਸੋ ਜੀ ਕੌਣ ਹੈ? ਰਾਸ਼ਟਰਪਤੀ ਜੀ। ਨਾ ਮਾਤਰ ਕਾਰਜਪਾਲਿਕਾ ਕੌਣ ਹੈ? ਰਾਸ਼ਟਰਪਤੀ ਜੀ। ਅਸਲੀ ਕੌਣ ਨੇ? ਪ੍ਰਧਾਨ ਮੰਤਰੀ ਅਤੇ ਉਸ ਦਾ ਮੰਤਰੀ ਪਰਿਸ਼ਦ। ਅਗਲਾ ਕੁਐਸਚਨ ਆ ਗਿਆ, ਭਾਰਤ ਦੀ ਅਸਲੀ ਕਾਰਜਪਾਲਿਕਾ ਕਿਸ ਨੂੰ ਕਿਹਾ ਜਾਂਦਾ ਹੈ? ਪ੍ਰਧਾਨ ਮੰਤਰੀ ਅਤੇ ਉਸ ਦੇ ਮੰਤਰੀ ਪਰਿਸ਼ਦ ਨੂੰ। ਸੋ ਇਟਸ ਵੈਰੀ ਈਜ਼ੀ, ਕੋਈ ਰੱਟਾ ਲਾਉਣ ਦੀ ਲੋੜ ਨਹੀਂ ਪੁੱਤਰ ਜੀ, ਆਰਾਮ ਨਾਲ। ਬਸ ਤੁਹਾਨੂੰ ਮੈਂ ਇੱਕੋ ਹੀ ਚੀਜ਼ ਦੱਸਿਆ, ਯਾਦ ਕਰਨ ਦੀ ਥਾਂ 'ਤੇ ਸਵੇਰੇ ਉੱਠ ਕੇ ਅਖਬਾਰ ਪੜ੍ਹ ਲਿਆ ਕਰੋ, ਹੈ ਨਾ। ਇੱਕ ਦੋ ਖਬਰਾਂ ਡਿਟੇਲ 'ਚ ਪੜ੍ਹ ਲਿਆ ਕਰੋ, ਬਾਕੀ ਹੈਡਲਾਈਨਸ ਪੜ੍ਹਿਆ ਕਰੋ। ਪੋਲੀਟੀਕਲ ਸਾਇੰਸ ਯਾਦ ਕਰਨ ਦੀ ਲੋੜ ਨਹੀਂ ਪੈਣੀ, ਸਾਰੀ ਉਮਰ ਵਧੀਆ ਮੌਜ ਕਰੋਗੇ। ਪ੍ਰਧਾਨ ਮੰਤਰੀ ਨੂੰ ਕੌਣ ਨਿਯੁਕਤ ਕਰਦਾ ਹੈ? ਦੇਖੋ ਜੀ, ਬੜਾ ਇੰਪੋਰਟੈਂਟ ਕੁਐਸਚਨ ਹੈ, ਤੁਹਾਡੇ ਐਗਜ਼ਾਮ ਵਾਸਤੇ ਵੀ ਹੈ। ਪ੍ਰਧਾਨ ਮੰਤਰੀ ਦੀ ਨਿਯੁਕਤੀ ਕੌਣ ਕਰਦਾ ਹੈ? ਰਾਸ਼ਟਰਪਤੀ। ਪ੍ਰਧਾਨ ਮੰਤਰੀ ਹੁੰਦਾ ਕੌਣ ਹੈ? ਲੋਕ ਸਭਾ ਦੀਆਂ ਚੋਣਾਂ ਵਿੱਚ ਜਿਸ ਪਾਰਟੀ ਨੂੰ ਬਹੁਮਤ ਮਿਲਿਆ ਹੋਵੇ ਉਸ ਦੇ ਲੀਡਰ ਨੂੰ ਮਾਨਯੋਗ ਰਾਸ਼ਟਰਪਤੀ ਜੀ ਦੁਆਰਾ ਪ੍ਰਧਾਨ ਮੰਤਰੀ ਨਿਯੁਕਤ ਕੀਤਾ ਜਾਂਦਾ ਹੈ। ਮੰਤਰੀ ਦੀ ਨਿਯੁਕਤੀ ਕਿਸ ਦੁਆਰਾ ਕੀਤੀ ਜਾਂਦੀ ਹੈ? ਰਾਸ਼ਟਰਪਤੀ ਦੁਆਰਾ ਕੀਤੀ ਜਾਂਦੀ ਹੈ। ਜਦੋਂ ਪ੍ਰਧਾਨ ਮੰਤਰੀ ਜੀ ਬਣਾਤੇ ਤਾਂ ਉਹ ਆਪਣੀ ਲਿਸਟ ਬਣਾਉਂਦੇ ਨੇ, ਉਸ ਤੋਂ ਮਗਰੋਂ ਉਹਨਾਂ ਲਿਸਟ ਦੇ ਅਕੋਰਡਿੰਗਲੀ ਹੈ ਨਾ ਰਾਸ਼ਟਰਪਤੀ ਦੁਆਰਾ ਉਹਨਾਂ ਨੂੰ ਨਿਯੁਕਤ ਕੀਤਾ ਜਾਂਦਾ ਹੈ। ਭਾਰਤੀ ਸੰਸਦੀ ਪ੍ਰਣਾਲੀ ਵਿੱਚ ਮੰਤਰੀਆਂ ਵਿੱਚ ਵਿਭਾਗਾਂ ਦੀ ਚੋਣਾਂ ਦੀ ਵੰਡ ਕੌਣ ਕਰਦਾ ਹੈ? ਪ੍ਰਧਾਨ ਮੰਤਰੀ ਜੀ ਕਰਦੇ ਨੇ, ਬਿਲਕੁਲ। ਉਹਨਾਂ ਨੇ ਆਪਣੇ ਮੰਤਰੀ ਕੈਬਨਿਟ ਨੂੰ ਦਿੱਤੇ ਜਾਂਦੀ ਹੈ ਵੀ ਫਲਾਣਾ ਪੋਰਟਫੋਲੀਓਜ਼ ਬੋਲਦੇ ਨੇ ਇਹਨੂੰ, ਹੈ ਨਾ, ਪੋਰਟਫੋਲੀਓਜ਼ ਵੰਡੇ ਜਾਂਦੇ ਨੇ। ਸੰਸਦੀ ਸ਼ਾਸਨ ਪ੍ਰਣਾਲੀ ਵਿੱਚ ਮੰਤਰੀ ਮੰਡਲ ਨੂੰ ਕੌਣ ਭੰਗ ਕਰ ਸਕਦਾ ਹੈ? ਕਹਿੰਦਾ ਮੰਤਰੀ ਮੰਡਲ ਨੂੰ ਭੰਗ ਰਾਸ਼ਟਰਪਤੀ ਕੁਝ ਵਿਸ਼ੇਸ਼ ਅਵਸਥਾਵਾਂ ਵਿੱਚ ਹੀ ਭੰਗ ਕਰ ਸਕਦੇ ਨੇ। ਨੈਚੁਰਲੀ ਗੱਲ ਹੈ, ਰਾਸ਼ਟਰਪਤੀ ਜੀ ਕੋਲ ਇਹ ਅਧਿਕਾਰ ਹੁੰਦਾ ਵੀ ਉਹ ਮੰਤਰੀ ਮੰਡਲ ਨੂੰ ਕੋਈ ਹਾਲਾਤਾਂ ਦੇ ਅਕੋਰਡਿੰਗਲੀ, ਕੰਡੀਸ਼ਨ ਦੇ ਅਕੋਰਡਿੰਗਲੀ ਪਹਿਲਾਂ ਜਾਂ ਸਮੇਂ ਤੋਂ ਪਹਿਲਾਂ ਵੀ ਭੰਗ ਕਰ ਸਕਦੇ ਨੇ। ਸੰਸਦੀ ਸ਼ਾਸਨ ਪ੍ਰਣਾਲੀ ਵਿੱਚ ਕਿਸ ਦੇ ਕਹਿਣ 'ਤੇ ਕੌਣ ਲੋਕ ਸਭਾ ਨੂੰ ਭੰਗ ਕਰ ਸਕਦਾ ਹੈ? ਸੰਸਦੀ ਸ਼ਾਸਨ ਪ੍ਰਣਾਲੀ ਵਿੱਚ ਰਾਸ਼ਟਰਪਤੀ ਜੀ ਮੰਤਰੀ ਪਰਿਸ਼ਦ ਦੀ ਸਲਾਹ ਅਨੁਸਾਰ ਲੋਕ ਸਭਾ ਨੂੰ ਭੰਗ ਕਰ ਸਕਦੇ ਹਨ। ਭਾਰਤ ਵਿੱਚ ਸੰਸਦੀ ਪ੍ਰਣਾਲੀ ਸੰਵਿਧਾਨ ਸਭਾ ਦੁਆਰਾ ਅਪਣਾਏ ਜਾਣ ਵਾਲੇ ਮੁੱਖ ਕਾਰਨ ਲਿਖੋ। ਮੰਤਰੀ ਮੰਡਲ ਦੀ ਲੋਕ ਸਭਾ ਪ੍ਰਤੀ ਨਿਰੰਤਰ ਉੱਤਰਦਾਇਤਾ। ਸੰਸਦੀ ਸ਼ਾਸਨ ਪ੍ਰਣਾਲੀ ਅਡਾਪਟ ਕਿਉਂ ਕੀਤੀ ਗਈ ਹੈ? ਵੀ ਕਹਿੰਦਾ ਮੰਤਰੀ ਮੰਡਲ ਹੈ ਜਿਹੜਾ ਲੋਕ ਸਭਾ ਪ੍ਰਤੀ ਆਪਣਾ ਜਵਾਬਦੇਹ ਹੁੰਦਾ ਹੈ, ਉੱਤਰਦਾਈ ਹੁੰਦਾ ਹੈ, ਰਿਸਪੌਂਸੀਬਲ ਹੁੰਦਾ ਹੈ, ਅਨਸਰੇਬਲ ਹੁੰਦਾ ਹੈ। ਮੰਤਰੀ ਮੰਡਲ ਸੰਸਦੀ ਸ਼ਾਸਨ ਪ੍ਰਣਾਲੀ ਵਿੱਚ ਕਿਸ ਦੇ ਬਹੁਮਤ ਦੁਆਰਾ ਆਪਣੀ ਪਦਵੀ 'ਤੇ ਕਾਇਮ ਰਹਿ ਸਕਦਾ ਹੈ? ਹੁਣ ਜਿਹੜੇ ਬੰਦੇ ਇਹਨਾਂ ਨੂੰ ਚੁਣਿਆ ਹੈ ਨਾ, ਉੱਥੋਂ ਸੰਸਦ ਕਹਿੰਦਾ ਦੇਖੋ ਲੋਕ ਸਭਾ ਵਿੱਚ ਬਹੁਮਤ ਵਾਲੇ ਰਾਜਨੀਤਿਕ ਦਲ ਜਾਂ ਰਾਜਨੀਤਿਕ ਗਠਬੰਧਨ ਦੇ ਵਿਸ਼ਵਾਸ ਤੱਕ, ਜਦੋਂ ਤੱਕ ਉਹਨਾਂ ਦੇ ਬਾਕੀ ਦੇ ਮੰਤਰੀ ਉਹਨੂੰ ਕਹਿਣ ਵੀ ਹਾਂ ਤੁਸੀਂ ਸਹੀ ਢੰਗ ਨਾਲ ਕੰਮ ਕਰ ਸਕਦੇ ਹੋ, ਜਿਹੜੇ ਉਹਨਾਂ ਦੀ ਆਪਦੀ ਪਾਰਟੀ ਦੇ ਬੰਦੇ ਹੋਣ ਜਾਂ ਗਠਬੰਧਨ ਵਾਲੇ ਬੰਦੇ ਹੋਣ, ਮੰਨ ਲਓ 300 ਬੰਦਿਆਂ ਨੇ ਸਰਕਾਰ ਦੇ ਵਿੱਚ ਹਨ, ਤਾਂ ਉਹਨਾਂ ਦੀ ਅਵਿਸ਼ਵਾਸ ਹੋਣ ਤੋਂ ਪਹਿਲਾਂ ਜੇ ਉਹਨਾਂ ਨੂੰ ਅਵਿਸ਼ਵਾਸ ਹੋ ਗਿਆ ਫਿਰ ਤਾਂ ਉਹਨਾਂ ਨੂੰ ਉਹਦਾ ਛੱਡਣਾ ਪਊਗਾ। ਨੈਕਸਟ ਕੁਐਸਚਨ ਆ ਗਿਆ ਆਪਣੇ ਕੋਲੇ, ਸੰਸਦੀ ਪ੍ਰਣਾਲੀ ਨੂੰ ਹੋਰ ਕਿਹੜੇ ਦੋ ਨਾਮ ਆਪਾਂ ਉੱਪਰ ਪੜ੍ਹ ਕੇ ਆਏ ਸੀ? ਸੰਸਦੀ ਪ੍ਰਣਾਲੀ ਨੂੰ ਕਿਹੜੇ? ਮੰਤਰੀ ਮੰਡਲ ਪ੍ਰਣਾਲੀ,
ਕਿਉਂਕਿ ਅਸਲੀ ਕਾਰਜਪਾਲਿਕਾ ਤਾਂ ਉਹੀ ਹੁੰਦੀ ਹੈ। ਦੂਸਰਾ ਜ਼ਿੰਮੇਵਾਰੀ, ਰਿਸਪੌਂਸੀਬਲ ਪ੍ਰਣਾਲੀ, ਰਿਸਪੌਂਸੀਬਲ ਸਿਸਟਮ ਹੈ। ਉਹ ਆਪਣੀ ਕਾਰਜਪਾਲਿਕਾ ਵਿਧਾਨ ਪਾਲਿਕਾ ਨੂੰ ਰਿਸਪੌਂਸੀਬਲ ਹੈ, ਉਹਨਾਂ 'ਚ ਆਪਸ 'ਚ ਗੂੜਾ ਸੰਬੰਧ ਹੈ। ਕੰਮ ਕੌਣ ਕਰਦਾ ਹੈ? ਕਾਰਜਪਾਲਿਕਾ ਕਰਦੀ ਹੈ। ਉਹਦੇ 'ਚ ਕੌਣ ਹੁੰਦੇ ਨੇ? ਮੰਤਰੀ ਮੰਡਲ ਹੁੰਦੇ ਨੇ। ਸੋ ਮੰਤਰੀ ਮੰਡਲ ਪ੍ਰਣਾਲੀ ਜਾਂ ਜ਼ਿੰਮੇਵਾਰ ਪ੍ਰਣਾਲੀ। ਸੰਵਿਧਾਨ ਨੇ ਮੰਤਰੀ ਮੰਡਲ ਨੂੰ ਕਿਸ ਰੂਪ ਨੂੰ ਵਿੱਚ ਲੋਕ ਸਭਾ ਪ੍ਰਤੀ ਉੱਤਰਦਾਈ ਬਣਾਇਆ ਹੈ? ਸਮੂਹਿਕ ਰੂਪ ਵਿੱਚ। ਆਲ ਮਿਨਿਸਟਰਸ ਆਰ ਰਿਸਪੌਂਸੀਬਲ ਇਨ ਲੋਕ ਸਭਾ, ਲੋਅਰ ਹਾਊਸ, ਹੈ ਨਾ। ਸੋ ਇਸ ਤਰ੍ਹਾਂ ਆਈ ਹੋਪ ਤੁਹਾਨੂੰ ਸੰਸਦੀ ਸ਼ਾਸਨ ਪ੍ਰਣਾਲੀ ਬਾਰੇ ਬੇਸਿਕ ਆਈਡੀਆ ਮਿਲ ਗਿਆ ਹੋਣਾ ਵੀ ਸੰਸਦੀ ਸ਼ਾਸਨ ਪ੍ਰਣਾਲੀ ਕੀ ਹੁੰਦੀ ਹੈ, ਕਿਵੇਂ ਹੁੰਦੀ ਹੈ, ਕਿਵੇਂ ਇਸ ਤਰ੍ਹਾਂ ਚੱਲਦੀ ਹੈ, ਹੈ ਨਾ। ਪ੍ਰਧਾਨਾਤਮਕ ਸਰਕਾਰ ਕੀ ਹੈ ਨਾ। ਰੀਅਲ ਹੈੱਡ ਕੀ ਹੈ, ਨੋਮੀਨਲ ਹੈੱਡ ਕੀ ਹੈ। ਆਈ ਹੋਪ ਤੁਹਾਨੂੰ ਇਹਦੇ ਬਾਰੇ ਬੇਟਾ ਜਾਣਕਾਰੀ ਹੋ ਗਈ ਹੋਣੀ ਹੈ। ਜੇ ਫਿਰ ਵੀ ਕੋਈ ਪ੍ਰੋਬਲਮ ਹੋਵੇ ਤੁਸੀਂ ਮੈਨੂੰ ਪੁੱਛ ਸਕਦੇ ਹੋ, ਡਿਸਕਸ ਕਰ ਸਕਦੇ ਹੋ ਨਾ, ਮੈਨੂੰ ਕਾਲ ਕਰ ਸਕਦੇ ਹੋ। ਅਤੇ ਜੇ ਜਾਂ ਗਰੁੱਪ ਦੇ ਵਿੱਚ ਵੀ ਕੋਈ ਮੈਸੇਜ ਪਾ ਕੇ ਆਪਣਾ ਕੁਆਰੀਜ਼ ਉਹ ਕਰ ਸਕਦੇ ਹੋ। ਸੋ ਪਲੀਜ਼ ਟੇਕ ਕੇਅਰ, ਹੈ ਨਾ। ਬਣੇ ਰਹੋ। ਆਪਾਂ ਹੌਲੀ ਹੌਲੀ ਸਟੈਪ ਬਾਈ ਸਟੈਪ ਪੋਲੀਟੀਕਲ ਸਾਇੰਸ ਬਾਰੇ ਡਿਸਕਸ ਕਰਦੇ ਹੋਏ ਪੜ੍ਹਦੇ ਜਾਵਾਂਗੇ। ਆਈ ਹੋਪ ਯੂ ਵਿਲ ਲਾਈਕ ਇਟ। ਸੋ ਪਲੀਜ਼ ਟੇਕ ਕੇਅਰ, ਸਟੇ ਹੋਮ, ਸਟੇ ਸੇਫ, ਟੇਕ ਕੇਅਰ।